ਕਿਸਾਨਾਂ ਦੀ ਰੋਜ਼ਾਨਾ ਲੱਖਾਂ ਰੁਪਏ ਦੇ ਨਾਲ ਮਦਦ ਕਰਨ ਵਾਲੇ ਰਾਮ ਸਿੰਘ ਰਾਣਾ ਦੇ ਢਾਬੇ ਨੂੰ ਜਾਂਦਾ ਰਾਹ ਪ੍ਰਸ਼ਾਸਨ ਨੇ ਰੋਕ ਦਿੱਤਾ ਤੇ ਕਿਸਾਨ ਭੜਕ ਗਏ। ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਰਸਮਾਂ ਪੂਰੀਆਂ ਕਰਨ ਆਏ ਭਰਾ ਦੀਆਂ ਹੱਥਕੜੀਆਂ ਵੀ ਨਹੀਂ ਖੋਲੀਆਂ ਗਈਆਂ। ਭਰਾ ਅੰਮ੍ਰਿਤਪਾਲ ਨੇ ਇਲਜ਼ਾਮ ਲਾਏ ਨੇ ਕਿ ਹੁਣ ਮੇਰਾ ਵੀ ਐਨਕਾਊਂਟਰ ਹੋ ਸਕਦਾ ਹੈ। ਗੈਂਗਸਟਰ ਜੈਪਾਲ ਭੁੱਲਰ ਤੇ ਪੁਲਿਸ ਤਸ਼ੱਦਦ ਨਹੀਂ ਹੋਇਆ। ਪੀਜੀਆਈ ਦੀ ਰਿਪੋਰਟ ਕਹਿੰਦੀ ਹੈ ਕਿ 22 ਸੱਟਾਂ ਤਾਂ ਜ਼ਰੂਰ ਵੱਜੀਆਂ ਨੇ ਪਰ ਪੁਲਿਸ ਨੇ ਨਹੀਂ ਮਾਰੀਆਂ। ਪਰਿਵਾਰ ਸੰਤੁਸ਼ਟ नहीं है। पंजाब सरकार ते कांग्रेस विचाले जिहड़ा संकट बनिया होया है उस बारे हाईकमान 10 जुलाई तक फैसला लवेगी। हाले भी यानी कि 20-25 दिन होर उड़ीक करनी पै सकदी है। कैप्टन बारे लंघे दिन होईयां बैठकां दे विच की फैसला कीता गया है ते कैप्टन नूं की करन नूं कहा गया है, किहड़ी डेडलाइन दित्ती गई है, इस बुलेटिन दे विच तुहानूं दस्सांगे। पंजाब कांग्रेस दे विच जिहड़ा क्लेश चल रिहा उस दरमियान नवजोत सिंह सिद्धू नूं भी जिहड़ा 3 मैंबरी पैनल है वो दिल्ली सद्देगा। किसानां ने श्वेत मलिक ਨੂੰ ਕਿੱਥੇ ਘੇਰਾ ਪਾਇਆ ਪੰਜਾਬ ਦੇ ਵਿੱਚ ਅਤੇ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਪੁਲਿਸ ਨੇ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਫੜੀ ਹੈ। 9 ਪੰਜਾਬੀ ਵੀ ਸ਼ਾਮਿਲ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਆਪਾਂ ਦੇਖ ਲੈਂਦੇ ਹਾਂ। ਲੋਕ ਰਾਏ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ 2018 ਤੋਂ ਬਾਅਦ ਦੂਸਰੀ ਵਾਰੀ ਫਿਰ ਕੋਟਕਪੂਰਾ ਗੋਲੀकांड ਦੇ ਮੁੱਦੇ ਤੇ ਪੁੱਛ ਪੜਤਾਲ ਕੀਤੀ ਗਈ। ਤੁਹਾਨੂੰ ਕੀ ਲੱਗਦਾ ਹੈ ਇਸ ਪੁੱਛ ਪੜਤਾਲ ਦਾ ਬਰਗਾੜੀ ਮਸਲੇ ਦੀ ਜਾਂਚ ਨੂੰ ਕੋਈ फायदा होवेगा ਜਾਂ ਫਿਰ ਤੁਹਾਨੂੰ ਇਹ ਸਿਰਫ ਸਿਆਸੀ ਡਰਾਮਾ ਲੱਗਦਾ ਹੈ? 95% ਦਰਸ਼ਕਾਂ ਨੂੰ ਇਹ ਸਿਰਫ ਸਿਆਸੀ ਡਰਾਮਾ ਲੱਗਦਾ ਹੈ ਤੇ 5% ਦਰਸ਼ਕਾਂ ਨੂੰ ਨਹੀਂ ਲੱਗਦਾ। ਉਹਨਾਂ ਨੂੰ ਲੱਗਦਾ ਹੈ ਕਿ ਜਾਂਚ ਤੇ ਕੋਈ ਨਾ ਕੋਈ ਅਸਰ ਪਵੇਗਾ। ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੁੜ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ। ਰਿਪੋਰਟ ਕਹਿੰਦੀ ਹੈ ਕਿ 22 ਸੱਟਾਂ ਦੇ ਨਿਸ਼ਾਨ ਤਾਂ ਹਨ ਪਰ ਪੁਲਿਸ ਤਸ਼ੱਦਦ ਦੇ ਨਹੀਂ ਹਨ। ਜੇ ਪੁਲਿਸ ਨੇ ਤਸ਼ੱਦਦ ਨਹੀਂ ਕੀਤਾ ਤਾਂ ਫਿਰ ਸੱਟਾਂ ਦੇ ਨਿਸ਼ਾਨ ਕਿੱਥੋਂ ਆ ਗਏ? ਪਰਿਵਾਰ ਨੇ ਇਹ ਸਵਾਲ ਚੁੱਕੇ ਨੇ। ਕੀ ਤੁਹਾਡੇ ਮਨ ਦੇ ਵਿੱਚ ਵੀ ਇਹੀ ਸਵਾਲ ਆ ਰਿਹਾ ਹੈ? ਇਸ ਰਿਪੋਰਟ ਤੋਂ ਬਾਅਦ ਇਸ ਰਿਪੋਰਟ 'ਚ ਦਿੱਤੀ ਜਾਣਕਾਰੀ ਤੋਂ ਬਾਅਦ ਜੇ ਤੁਸੀਂ ਵੀ ਪਰਿਵਾਰ ਦੇ ਨਾਲ ਸਹਿਮਤ ਹੋ ਯੈਸ ਜਾਂ ਹਾਂ ਦੇ ਵਿੱਚ ਉੱਤਰ ਦਿਓ। ਜੇ ਤੁਸੀਂ ਸਹਿਮਤ ਨਹੀਂ ਹੋ ਨੋ ਜਾਂ ਨਾ ਦੇ ਵਿੱਚ ਉੱਤਰ ਦਿਓ। ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ ਤੇ ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਅਹਿਮ ਖਬਰਾਂ ਤੁਹਾਨੂੰ ਦੱਸਦੇ ਹਾਂ। ਫਿਰੋਜ਼ਪੁਰ ਤੋਂ ਖਬਰ ਹੈ ਜਿੱਥੇ ਪੀਜੀਆਈ ਚੋਂ ਦੁਬਾਰਾ ਪੋਸਟਮਾਰਟਮ ਹੋਣ ਤੋਂ ਬਾਅਦ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਧਾਰਮਿਕ ਰੌਹ ਰੀਤਾਂ ਦੇ ਨਾਲ ਜੈਪਾਲ ਭੁੱਲਰ ਦੇ ਪਰਿਵਾਰ ਦੇ ਵੱਲੋਂ ਜਿਹੜਾ ਇਹ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸਣੇ ਵੱਡੀ ਗਿਣਤੀ ਦੇ ਵਿੱਚ ਮੀਡੀਆ ਤੇ ਪੁਲਿਸ ਫੋਰਸ ਵੀ ਮੌਜੂਦ ਰਹੀ। ਜੈਪਾਲ ਭੁੱਲਰ ਦਾ ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਪੂਰਾ ਸ਼ਹਿਰ ਹੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋਇਆ ਸੀ। ਬਠਿੰਡਾ ਜੇਲ੍ਹ ਦੇ ਵਿੱਚ ਬੰਦ ਜੈਪਾਲ ਭੁੱਲਰ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਵੀ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਫਿਰੋਜ਼ਪੁਰ ਲਿਆਂਦਾ ਗਿਆ। ਆਪਣੇ ਭਰਾ ਜੈਪਾਲ ਭੁੱਲਰ ਨੂੰ ਅਖੀਰੀ ਵਾਰ ਦੇਖਣ ਦੇ ਲਈ ਆਇਆ ਅੰਮ੍ਰਿਤਪਾਲ ਪੁਲਿਸ ਨੂੰ ਵਾਰ-ਵਾਰ ਹੱਥਕੜੀਆਂ ਖੋਲਣ ਦੇ ਲਈ ਕਹਿੰਦਾ ਰਿਹਾ ਪਰ ਉਸ ਦੀਆਂ ਹੱਥਕੜੀਆਂ ਨਹੀਂ ਖੋਲੀਆਂ ਗਈਆਂ। ਦੋਵੇਂ ਹੱਥਾਂ ਨਾਲ ਲੱਗੀ ਹੱਥਕੜੀ ਖੋਲਣ ਤੋਂ ਪੁਲਿਸ ਨੇ ਇਨਕਾਰ ਕਰ ਦਿੱਤਾ। ਅੰਮ੍ਰਿਤਪਾਲ ਨੂੰ ਪਰਿਵਾਰ ਦੇ ਨਾਲ ਵੀ ਜ਼ਿਆਦਾ ਦੇਰ ਗੱਲ ਨਹੀਂ ਕਰਨ ਦਿੱਤੀ ਗਈ। ਜਿਵੇਂ ਹੀ ਜੈਪਾਲ ਦੀ ਦੇਹ ਨੂੰ ਅਗਨੀ ਭੇਂਟ ਕੀਤੀ ਗਈ ਪੁਲਿਸ ਤੁਰੰਤ ਅੰਮ੍ਰਿਤਪਾਲ ਨੂੰ ਆਪਣੇ ਨਾਲ ਬਿਠਾ ਕੇ ਗੱਡੀ ਵਿੱਚ ਲੈ ਗਈ ਸੀ। ਜਾਂਦੇ ਜਾਂਦੇ ਮੀਡੀਆ ਨਾਲ ਗੱਲਬਾਤ ਜ਼ਰੂਰ ਕੀਤੀ ਅੰਮ੍ਰਿਤਪਾਲ ਨੇ ਥੋੜੀ ਜਿਹੀ ਤੇ ਜੈਪਾਲ ਦੇ ਪੁਲਿਸ ਮੁਕਾਬਲੇ ਨੂੰ ਝੂਠਾ करार दिता। उसने कहा कि मेरे ते भी झूठे पुलिस केस बना के मैनू जेल दे विच डकिया होया ते मेरे परिवार नू भी पुलिस परेशान कर रही है। अमृतपाल भुल्लर ने यह भी खदशा जताया कि हुण पुलिस मेरा भी फर्जी एनकाउंटर कर सकती है। ਹੁਣ ਪੁਲਿਸ ਵੱਲੋਂ ਮੇਰਾ ਵੀ ਐਨਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਮੇਰੇ ਮਾਤਾ ਪਿਤਾ ਨੂੰ ਵੀ ਟਾਰਚਰ ਕੀਤਾ ਜਾਏਗਾ। ਜਾਂਦਾ ਅੰਮ੍ਰਿਤਪਾਲ ਮੀਡੀਆ ਨੂੰ ਇਹ ਕਹਿ ਕੇ ਗਿਆ ਹੈ। ਜੈਪਾਲ ਭੁੱਲਰ ਦੇ ਭਰਾ ਅੰਮ੍ਰਿਤਪਾਲ ਨੂੰ ਮਾਰਚ 2020 ਦੇ ਵਿੱਚ ਲੁਧਿਆਣਾ ਦੇ ਵਿੱਚ ਇੱਕ ਸੋਨੇ ਦੀ ਲੁੱਟ ਦਾ ਮਾਮਲਾ ਹੋਇਆ ਸੀ। ਉਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। 30 ਕਿਲੋ ਸੋਨਾ ਲੁੱਟਿਆ ਗਿਆ ਸੀ। ਉਸ ਮਾਮਲੇ ਵਿੱਚ ਅੰਮ੍ਰਿਤਪਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਜਦਕਿ ਅੰਮ੍ਰਿਤਪਾਲ ਕਹਿ ਰਿਹਾ ਹੈ ਕਿ ਮੇਰੇ ਤੇ ਝੂਠਾ ਪੁਲਿਸ ਕੇਸ ਪਾਇਆ ਗਿਆ ਹੈ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਜੀਆਈ ਦੇ ਵਿੱਚ ਜਿਹੜਾ ਪੋਸਟਮਾਰਟਮ ਹੋਇਆ ਸੀ ਉਸ ਦੀ ਰਿਪੋਰਟ ਕੀ ਆਈ ਹੈ। ਜੈਪਾਲ ਭੁੱਲਰ ਨਾਲ ਮੁਕਾਬਲੇ ਤੋਂ ਪਹਿਲਾਂ ਉਸਤੇ ਕਿਸੇ ਕਿਸਮ ਦਾ ਪੁਲਿਸ ਤਸ਼ੱਦਦ ਨਹੀਂ ਹੋਇਆ। ਉਸਦੀ ਮੌਤ ਗੋਲੀਆਂ ਵੱਜਣ ਕਰਕੇ ਹੋਈ ਹੈ। ਇਹ ਪੀਜੀਆਈ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ। ਪੀਜੀਆਈ ਦੇ ਵਿੱਚ ਪੋਸਟਮਾਰਟਮ 22 ਜੂਨ ਨੂੰ ਹੋਇਆ ਸੀ। 4 ਡਾਕਟਰਾਂ ਦੀ ਟੀਮ ਨੇ ਪੋਸਟਮਾਰਟਮ ਕੀਤਾ ਸੀ। ਹਾਲਾਂਕਿ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜੈਪਾਲ ਭੁੱਲਰ ਦੇ ਸਰੀਰ ਤੇ 22 ਸੱਟਾਂ ਦੇ ਨਿਸ਼ਾਨ ਨੇ ਪਰ ਡਾਕਟਰ ਕਹਿ ਰਹੇ ਨੇ ਕਿ ਇਹ ਨਿਸ਼ਾਨ ਪੁਲਿਸ ਤਸ਼ੱਦਦ ਦੇ ਨਹੀਂ ਹਨ। ਇਹ ਵੀ ਕਿਹਾ ਗਿਆ ਰਿਪੋਰਟ ਦੇ ਵਿੱਚ ਕਿ ਜਿਹੜੇ ਨਿਸ਼ਾਨ ਨੇ ਗੋਲੀਆਂ ਵੱਜਣ ਕਰਕੇ ਹੋਏ ਨੇ ਪਰ ਇਹ ਸਵਾਲ ਤੁਹਾਡੇ ਲਈ ਅਸੀਂ ਛੱਡਦੇ ਹਾਂ ਕਿ ਕੀ ਗੋਲੀਆਂ ਵੱਜਣ ਕਾਰਨ ਸੱਟਾਂ ਦੇ ਨਿਸ਼ਾਨ ਪੈਂਦੇ ਹੁੰਦੇ ਨੇ। ਸੋ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਵੀ ਹੁਣ ਡਾਕਟਰਾਂ ਦੀ ਇਸ ਦੂਸਰੀ ਰਿਪੋਰਟ ਤੇ ਵੀ ਸਵਾਲ ਖੜੇ ਕੀਤੇ ਨੇ। ਪਹਿਲੀ ਤਾਂ ਪਰਿਵਾਰ ਨੂੰ ਮਿਲੀ ਹੀ ਨਹੀਂ ਰਿਪੋਰਟ।
ਉਹਨਾਂ ਨੇ ਕਿਹਾ ਕਿ ਜੇ ਜੈਪਾਲ ਦੇ ਸਰੀਰ ਤੇ 22 ਸੱਟਾਂ ਦੇ ਨਿਸ਼ਾਨ ਪਾਏ ਗਏ ਨੇ ਤਾਂ ਫਿਰ ਨਿਸ਼ਾਨ ਕਿੱਥੋਂ ਆ ਗਏ। ਭੁਪਿੰਦਰ ਸਿੰਘ ਪੀਜੀਆਈ ਦੀ ਇਸ ਰਿਪੋਰਟ ਤੋਂ ਪੂਰੀ ਤਰ੍ਹਾਂ ਦੇ ਨਾਲ ਅਸੰਤੁਸ਼ਟ ਨੇ। ਉਹਨਾਂ ਨੇ ਸਾਫ਼ ਕਿਹਾ ਕਿ ਰਿਪੋਰਟ ਵੱਡੇ ਅਫਸਰਾਂ ਦੇ ਦਬਾਅ ਹੇਠ ਤਿਆਰ ਕੀਤੀ ਗਈ ਹੈ ਤੇ ਪੋਸਟਮਾਰਟਮ ਦੌਰਾਨ ਇੱਕ ਹੋਰ ਬੜੀ ਹੀ हैरानीजनक जानकारी ਤੁਹਾਨੂੰ ਦੱਸ ਦਿੰਨੇ ਆ ਕਿ ਭੁੱਲਰ ਦੇ ਸਰੀਰ ਵਿੱਚੋਂ ਡਾਕਟਰਾਂ ਨੂੰ 3 ਗੋਲੀਆਂ ਹੋਰ ਮਿਲੀਆਂ ਨੇ, ਜਿਸ ਨੂੰ ਲੈ ਕੇ ਹੁਣ ਸਵਾਲ ਖੜੇ ਹੋ ਰਹੇ ਨੇ ਕਿ ਕੋਲਕਾਤਾ ਦੇ ਵਿੱਚ ਜਿਹੜਾ ਪੋਸਟਮਾਰਟਮ ਹੋਇਆ ਸੀ ਉਸ ਦੌਰਾਨ ਇੰਨੀ ਵੱਡੀ ਅਣਗਹਿਲੀ ਡਾਕਟਰਾਂ ਨੇ ਕਿਵੇਂ ਕਰ ਦਿੱਤੀ ਕਿ ਉਸਦੇ ਸਰੀਰ ਦੇ ਵਿੱਚ 3 ਗੋਲੀਆਂ ਉਸੇ ਤਰ੍ਹਾਂ ਛੱਡ ਦਿੱਤੀਆਂ ਗਈਆਂ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਜਾਂਚ ਕਰਵਾਉਣ ਦੇ ਲਈ ਮੈਂ ਲੋੜੀਂਦੇ ਕਦਮ ਚੁੱਕਾਂਗਾ, ਚਾਹੇ ਮੈਨੂੰ ਅਦਾਲਤ ਦਾ ਦਰਵਾਜ਼ਾ ਕਿਉਂ ਨਾ ਖਟਖਟਾਉਣਾ ਪਵੇ। ਮੈਂ ਸੱਚ ਸਾਹਮਣੇ ਲਿਆਉਣ ਦੀ ਹਰ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗਾ। ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਭੁੱਲਰ ਵੀ ਪੁਲਿਸ ਦੇ ਵਿੱਚ ਅਫਸਰ ਰਹਿ ਚੁੱਕੇ ਨੇ। ਭੁੱਲਰ ਦੇ ਪਿਤਾ ਨੇ ਕਿਹਾ ਹੈ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਐਨਕਾਊਂਟਰ ਕਿਵੇਂ ਹੁੰਦੇ ਨੇ ਤੇ ਕਤਲ ਕਿਵੇਂ ਹੁੰਦੇ ਨੇ ਤੇ ਇਸ ਮਾਮਲੇ ਦੇ ਵਿੱਚੋਂ ਲਗਾਤਾਰ ਕਤਲ ਹੋਣ ਦਾ ਇਲਜ਼ਾਮ ਲਾ ਰਹੇ ਨੇ। ਸਿੰਘੂ ਬਾਰਡਰ ਤੋਂ ਖਬਰ ਹੈ ਜਿੱਥੇ ਕਿਸਾਨਾਂ ਦੀ ਰੋਜ਼ਾਨਾ ਭੋਜਨ, ਆਟਾ, ਦੁੱਧ ਤੇ ਪਾਣੀ ਦੇ ਨਾਲ ਲੱਖਾਂ ਰੁਪਏ ਦੀ ਸੇਵਾ ਕਰਨ ਵਾਲੇ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਦਾ ਜਿਹੜਾ ਢਾਬਾ ਬਣਿਆ ਹੋਇਆ ਕੁਰੂਕਸ਼ੇਤਰ ਦੇ ਵਿੱਚ, ਉਸ ਨੂੰ ਜਾਂਦਾ ਰਾਹ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਹੈ। ਕੁਰੂਕਸ਼ੇਤਰ ਅਤੇ ਸੋਨੀਪਤ ਦੇ ਸਿੰਘੂ ਬਾਰਡਰ ਤੇ ਇਹਨਾਂ ਦੇ 2 ਢਾਬੇ ਹੈਗੇ ਨੇ। ਗੋਲਡਨ ਹੱਟ ਢਾਬਾ, ਜਿਸ ਦਾ ਨਾਮ ਹੈ ਗੋਲਡਨ ਹੱਟ ਪੰਜਾਬੀ ਢਾਬਾ, ਇਸ ਦੇ ਜਿਹੜਾ ਦੂਸਰਾ ਹੋਟਲ ਹੈ ਉਸ ਦੇ ਬਾਹਰ ਸਰਕਾਰ ਨੇ ਬੈਰੀਕੇਡ ਲਾ ਕੇ ਸੜਕ ਨੂੰ ਬੰਦ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਰਾਮ ਸਿੰਘ ਰਾਣਾ ਵਰਗੇ ਜਿਹੜੇ ਸਾਡੇ ਅੰਦੋਲਨ ਦੇ ਸਮਰਥਕ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸਰਕਾਰ ਬੰਦ ਕਰੇ। ਅਜਿਹੀਆਂ ਚਾਲਾਂ ਸਰਕਾਰਾਂ ਦੀ ਆਪਣੀ ਕਮਜ਼ੋਰੀ ਦਰਸਾਉਂਦੀਆਂ ਨੇ। ਰਾਮ ਸਿੰਘ ਰਾਣਾ, ਜਿਨ੍ਹਾਂ ਨੇ ਸਰਹੱਦ ਤੇ ਸਥਿਤ ਗੋਲਡਨ ਹੱਟ ਢਾਬੇ ਨੂੰ ਕਿਸਾਨਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਸਮਰਪਿਤ ਕੀਤਾ ਹੋਇਆ, ਪਿਛਲੇ 7 ਮਹੀਨਿਆਂ ਤੋਂ ਤਿੰਨੇ ਬਾਰਡਰਾਂ ਤੇ ਲਗਾਤਾਰ 7 ਮਹੀਨੇ ਤੋਂ ਪਾਣੀ, ਦੁੱਧ ਤੇ ਲੰਗਰ ਦੀ ਸੇਵਾ ਕਿਸਾਨਾਂ ਦੇ ਲਈ ਉਹ ਕਰ ਰਹੇ ਨੇ ਤੇ ਭੋਜਨ ਵੀ ਤਿਆਰ ਕੀਤਾ ਜਾਂਦਾ ਹੈ। ਢਾਬੇ ਜਿੱਥੇ ਉਹਨਾਂ ਦਾ ਢਾਬਾ ਬਣਿਆ ਉੱਥੇ ਨਾਲ ਹੀ ਸ਼ੋਰੂਮ ਨੇ, ਵੱਡੇ ਵੱਡੇ ਬ੍ਰਾਂਡਸ ਦੇ ਸ਼ੋਰੂਮ ਹੈ। ਉਹ ਸ਼ੋਰੂਮ ਬੰਦ ਕਰਕੇ ਉਹਨਾਂ ਨੇ ਪੂਰੇ ਖਾਲੀ ਕਰਕੇ ਕਿਸਾਨਾਂ ਦੇ ਉੱਥੇ ਸੌਣ ਦਾ ਪ੍ਰਬੰਧ ਕੀਤਾ ਹੋਇਆ, ਰਹਿਣ ਦਾ ਪ੍ਰਬੰਧ ਕੀਤਾ ਹੋਇਆ, ਕਿਉਂਕਿ ਸਾਰੇ ਏਸੀ ਨੇ। ਸੋ ਇਸ ਤਰ੍ਹਾਂ ਦੀ ਸੇਵਾ ਉਹ ਲਗਾਤਾਰ ਕਰ ਰਹੇ ਨੇ। ਅਸੀਂ ਵੀ ਰਾਮ ਸਿੰਘ ਰਾਣਾ ਦੀ ਖਬਰ ਪ੍ਰਮੁਖਤਾ ਦੇ ਨਾਲ ਦਿਖਾਈ ਸੀ, ਜਿਸ ਤੋਂ ਬਾਅਦ ਇਹ ਮਸਲਾ ਮੀਡੀਆ ਦੇ ਵਿੱਚ ਆਇਆ ਕਿ ਰਾਮ ਸਿੰਘ ਰਾਣਾ ਨੇ ਜਿਹੜੇ ਉਹਨਾਂ ਦਾ ਰੋਜ਼ਾਨਾ 6 ਤੋਂ 7 ਲੱਖ ਰੁਪਏ ਦਾ ਖਰਚਾ ਹੁੰਦਾ ਹੈ ਕਿਸਾਨਾਂ ਦੇ ਉੱਤੇ ਅਤੇ ਉਹਨਾਂ ਨੂੰ ਹੁਣ ਤੁਹਾਡੀ ਸਭ ਦੀ ਲੋੜ ਹੈ। ਇਸ ਦੇ ਲਈ ਅਸੀਂ ਵੱਖਰੀ ਵੀਡੀਓ ਵੀ ਪਾਈ ਹੋਈ ਹੈ ਜਿੱਥੇ ਉਹਨਾਂ ਦਾ ਬੈਂਕ ਅਕਾਊਂਟ ਨੰਬਰ ਵੀ ਦਿੱਤਾ ਹੋਇਆ, ਫੋਨ ਨੰਬਰ ਵੀ ਦਿੱਤਾ ਹੋਇਆ, ਜਿੱਥੇ ਤੁਸੀਂ ਮਦਦ ਕਰ ਸਕਦੇ ਹੋ ਰਾਮ ਸਿੰਘ ਰਾਣਾ ਦੀ। ਸੋ ਕਿਸਾਨਾਂ ਨੇ ਕਿਹਾ, ਮੋਰਚੇ ਦੇ ਲੀਡਰਾਂ ਨੇ, ਕਿ ਵੱਧ ਰਹੀ ਤਾਕਤ ਨੂੰ ਦੇਖਦਿਆਂ ਇਹ ਇੱਕ ਹੋਰ ਚਾਲ ਹੈ ਜਿਹੜੀ ਉਹ ਚੱਲੀ ਹੈ, ਕਿਉਂਕਿ ਪ੍ਰਸ਼ਾਸਨ ਨੇ ਰਾਮ ਸਿੰਘ ਰਾਣਾ ਦੇ ਕੁਰੂਕਸ਼ੇਤਰ ਵਾਲੇ ਢਾਬੇ ਵੱਲ ਜਾਣ ਵਾਲੇ ਰਾਹ ਨੂੰ ਬੰਦ ਕਰ ਦਿੱਤਾ ਹੈ ਤੇ ਰਾਮ ਸਿੰਘ ਰਾਣਾ ਤਾਂ ਆਪਣੀ ਨਿੱਜੀ ਆਮਦਨੀ ਦੇ ਵਿੱਚੋਂ ਲਗਾਤਾਰ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਤੇ ਪ੍ਰਸ਼ਾਸਨ ਦੀਆਂ ਤਾਜ਼ਾ ਚਾਲਾਂ ਤੋਂ ਬਾਅਦ ਉਹ ਹੋਰ ਕਮਾਈ ਕਰਨ ਤੋਂ ਹੁਣ ਅਸਮਰੱਥ ਹੋ ਜਾਣਗੇ, ਕਿਉਂਕਿ ਸਿੰਘੂ ਬਾਰਡਰ ਵਾਲਾ ਢਾਬਾ ਤਾਂ ਉਹਨਾਂ ਨੇ ਬੰਦ ਕੀਤਾ ਹੋਇਆ 7 ਮਹੀਨਿਆਂ ਤੋਂ। ਕੁਰੂਕਸ਼ੇਤਰ ਵਾਲਾ ਢਾਬਾ ਹੁਣ ਸਰਕਾਰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉੱਥੇ ਫਿਰ ਪੰਜਾਬ ਦੀਆਂ 32 ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਲੀਡਰਾਂ ਦੀ ਅਗਵਾਈ ਦੇ ਵਿੱਚ ਕਿਸਾਨ ਕੁਰੂਕਸ਼ੇਤਰ ਵਾਲੇ ਢਾਬੇ ਦੇ ਕੋਲ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਚੱਕਾ ਜਾਮ ਕਰ ਦਿੱਤਾ, ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਰਾਮ ਸਿੰਘ ਰਾਣਾ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ। 20 ਮਿੰਟ ਦੇ ਲਈ ਉਹਨਾਂ ਨੇ ਨੈਸ਼ਨਲ ਹਾਈਵੇ ਹੈ ਜਿਹੜਾ ਉਹ ਤਕਰੀਬਨ ਜਾਮ ਕਰ ਦਿੱਤਾ ਸੀ। ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਇਸ ਫੈਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰੇ, ਨਹੀਂ ਤਾਂ ਅਸੀਂ ਸਖਤ ਪ੍ਰੋਗਰਾਮ ਹੈ ਜਿਹੜਾ ਉਹ ਉਲੀਕ ਲਵਾਂਗੇ। ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਸੁਲਝਾਉਣ ਦੇ ਲਈ ਹਲੇ ਕਈ ਦਿਨ ਹੋਰ ਲੱਗਣਗੇ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਜਾਣਕਾਰੀ ਦਿੱਤੀ ਹੈ ਕਿ ਸੋਨੀਆ ਗਾਂਧੀ ਜਿਹੜੀ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਨੇ, ਉਹ 10 ਜੁਲਾਈ ਤੱਕ ਕਾਂਗਰਸ ਦੇ ਸੰਕਟ ਬਾਰੇ ਕੋਈ ਫੈਸਲਾ ਕਰ ਸਕਦੇ ਨੇ। ਹਰੀਸ਼ ਰਾਵਤ ਨੇ ਦਿੱਲੀ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ। ਹਰੀਸ਼ ਰਾਵਤ ਨੇ ਇਹ ਵੀ ਦੱਸਿਆ ਹੈ ਰਾਹੁਲ ਗਾਂਧੀ ਦੇ ਨਾਲ ਬੈਠਕ ਕਰਨ ਤੋਂ ਬਾਅਦ ਕਿ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਾਤੀ ਪ੍ਰੋਗਰਾਮ ਉੱਤੇ ਸਮਾਂਬੱਧ ਤਰੀਕੇ ਦੇ ਨਾਲ ਅਮਲ ਕਰਨ ਦੇ ਲਈ ਕਿਹਾ ਗਿਆ ਹੈ, ਯਾਨੀ ਕਿ ਕੈਪਟਨ ਨੂੰ ਡੈਡਲਾਈਨ ਦੇ ਦਿੱਤੀ ਗਈ ਹੈ। 18 ਨੁਕਾਤੀ ਪ੍ਰੋਗਰਾਮ ਦੇ ਵਿੱਚ ਬਰਗਾੜੀ ਕਾਂਡ, ਡਰੱਗ ਤੇ ਸੈਂਡ ਮਾਫੀਆ ਖਿਲਾਫ ਹੋਰ ਤੇਜ਼ੀ ਦੇ ਨਾਲ ਕਾਰਵਾਈ ਅਤੇ ਸਸਤੀ ਬਿਜਲੀ ਤੇ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਤੇ ਕਰਜ਼ ਮਾਫੀ ਵਰਗੇ ਮੁੱਖ ਮੁੱਦੇ ਹਨ। ਹਰੀਸ਼ ਰਾਵਤ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਦੇ ਵਿੱਚ ਅਗਲੇ 1-2 ਦਿਨਾਂ ਤੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਅਗਲੇ ਪ੍ਰੋਗਰਾਮ ਦੇ ਬਾਰੇ ਦੱਸਣਗੇ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਕਿਹਾ ਗਿਆ ਹੈ, ਕੀ ਕਰਨ ਲਈ ਕਿਹਾ ਗਿਆ ਹੈ, ਉਹ ਇਹਨਾਂ ਨੇ ਹਰੀਸ਼ ਰਾਵਤ ਨੇ ਦੱਸਿਆ ਹੈ।
ਹਰੀਸ਼ ਰਾਵਤ ਨੇ ਇਹ ਵੀ ਦੱਸਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਡੈਡਲਾਈਨ ਦੇਣ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਨੂੰ ਵੀ ਪੈਨਲ ਦੇ ਮੂਹਰੇ ਸੱਦਿਆ ਜਾਏਗਾ। ਖੜਗੇ ਕਮੇਟੀ ਹੈ ਜਿਹੜੀ ਉਹ ਸੱਦੇਗੀ। ਪੰਜਾਬ ਕਾਂਗਰਸ ਦਾ ਮਸਲਾ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਹੱਲ ਕਰ ਲਿਆ ਜਾਵੇਗਾ। ਇਹ ਉਹਨਾਂ ਨੇ ਵਾਰ-ਵਾਰ ਗੱਲ ਦੁਹਰਾਈ ਹੈ। ਕਹਿੰਦੇ ਨਵਜੋਤ ਸਿੱਧੂ ਬਾਰੇ ਹਾਈ ਕਮਾਂਡ ਨੇ ਇੰਟਰਵਿਊ ਮੰਗਵਾਈ ਹੈ, ਜਿਹੜੀ ਇੰਟਰਵਿਊ ਨਵਜੋਤ ਸਿੰਘ ਸਿੱਧੂ ਨੇ ਦਿੱਤੀ ਹੈ ਮੀਡੀਆ ਦੇ ਵਿੱਚ। ਇੰਟਰਵਿਊ ਵੇਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਪਾਰਟੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਸਿੱਧੂ ਵੱਲੋਂ ਚੁੱਕੇ ਜਾ ਰਹੇ ਮਸਲਿਆਂ ਦਾ ਵੀ ਨੋਟਿਸ ਹੈ ਜਿਹੜਾ ਉਹ ਲਿਆ ਗਿਆ ਹੈ। ਕਹਿੰਦੇ ਉਹਨਾਂ ਦੇ ਬਿਆਨ ਨੇ ਜਿਹੜੇ ਉਹ ਤਰਕਪੂਰਨ ਹੈਗੇ ਨੇ, ਪਰ ਹਲੇ ਸਮਾਂ ਸਹੀ ਨਹੀਂ ਹੈ। ਸੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ 2 ਦਿਨ ਪਹਿਲਾਂ ਦਿੱਲੀ ਗਏ ਸੀ, ਉਹ ਹੁਣ ਵਾਪਸ ਚੰਡੀਗੜ੍ਹ ਪਰਤ ਆਏ ਨੇ। ਆਪਣੇ ਫਾਰਮ ਹਾਊਸ ਤੇ ਉਹ ਪਹੁੰਚ ਗਏ ਨੇ। ਰਾਹੁਲ ਗਾਂਧੀ ਦੇ ਨਾਲ ਕਾਂਗਰਸ ਲੀਡਰਾਂ ਪ੍ਰਤਾਪ ਸਿੰਘ ਬਾਜਵਾ ਸਮੇਤ ਸੁਨੀਲ ਜਾਖੜ ਨੇ ਵੀ ਮੀਟਿੰਗ ਕੀਤੀ, ਪਰ ਕੈਪਟਨ ਅਮਰਿੰਦਰ ਸਿੰਘ ਰਾਹੁਲ ਨੂੰ ਮਿਲੇ ਤੋਂ ਬਿਨਾਂ ਹੀ ਚੰਡੀਗੜ੍ਹ ਪਰਤ ਆਏ ਨੇ। ਮੰਗਲਵਾਰ ਨੂੰ ਵਾਪਸ ਪਰਤਣਾ ਸੀ, ਪਰ ਇੱਕ ਦਿਨ ਹੋਰ ਉੱਥੇ ਰੁਕੇ ਸੀ। ਇਹ ਵੀ ਚਰਚਾ ਚੱਲ ਰਹੀ ਸੀ ਕਿ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਮਿਲ ਸਕਦੇ ਨੇ ਤੇ ਕਿਸਾਨਾਂ ਦੇ ਹੱਕ ਵਿੱਚ 200 ਦਿਨਾਂ ਤੋਂ ਧਰਨੇ ਤੇ ਬੈਠੇ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਨਾਲ ਵੀ ਉਹ ਧਰਨੇ ਤੇ ਬੈਠ ਸਕਦੇ ਨੇ। ਪਰ ਇਹ ਸਭ ਕੁਝ ਕੀਤੇ ਤੋਂ ਬਿਨਾਂ ਹੀ ਕੈਪਟਨ ਚੰਡੀਗੜ੍ਹ ਵਾਪਸ ਪਰਤ ਆਏ ਨੇ ਤੇ ਹੁਣ ਨਜ਼ਰਾਂ ਟਿਕੀਆਂ ਹੋਈਆਂ ਨੇ ਫੈਸਲਾ ਕੀ ਹੋਏਗਾ। ਜਿਹਦੇ ਵਿੱਚ ਰਾਹੁਲ ਗਾਂਧੀ ਨੂੰ ਮਿਲ ਕੇ ਪਰਤੇ ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਨੇ ਕੀ ਕਿਹਾ ਹੈ। ਜਾਖੜ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਇਕੱਲੇ ਲੀਡਰ ਨੂੰ ਮਿਲ ਰਹੇ ਨੇ। ਪੰਜਾਬ ਕਾਂਗਰਸ ਬਾਰੇ ਜਲਦੀ ਹੀ ਹਾਈਕਮਾਂਡ ਫੈਸਲਾ ਲਏਗੀ। ਮੀਟਿੰਗ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਵੀ ਇਹੀ ਕਿਹਾ ਕਿ 1 ਹਫ਼ਤੇ ਦੇ ਅੰਦਰ ਮਾਮਲੇ ਸੁਲਝ ਜਾਣਗੇ, ਜਦਕਿ ਹਰੀਸ਼ ਰਾਵਤ ਨੇ ਕਿਹਾ 10 ਜੁਲਾਈ ਤੱਕ ਕੁਝ ਹੋ ਸਕਦਾ ਹੈ। ਬਾਜਵਾ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਸਾਰੀ ਜ਼ਮੀਨੀ ਹਕੀਕਤ ਦੱਸੀ ਹੈ ਤੇ ਜੋ ਮੈਂ ਉਹਨਾਂ ਦੇ ਮੂਹਰੇ ਆਸਾਂ ਰੱਖੀਆਂ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਇੱਕ ਜਿਹੜਾ ਪੋਜ਼ਿਟਿਵ ਰਿਸਪਾਂਸ ਦਿੱਤਾ ਹੈ। ਜਾਖੜ ਨੇ ਮੁੜ ਦੁਹਰਾਇਆ, ਸੁਨੀਲ ਜਾਖੜ ਨੇ, ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣਾ ਗਲਤ ਹੈ ਤੇ ਕਿਹਾ ਕਿ ਜੋ ਗਲਤ ਹੈ ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਜਾਖੜ ਨੇ ਕੈਪਟਨ ਤੇ ਵੱਡਾ ਹਮਲਾ ਫਿਰ ਕਰਦਿਆਂ ਕਿਹਾ ਕਿ ਉਹਨਾਂ ਦੇ ਆਲੇ ਦੁਆਲੇ ਨੇ ਜਿਹੜੇ ਉਹ ਗਲਤ ਸਲਾਹਕਾਰ ਨੇ, ਜਿਹੜੇ ਕੈਪਟਨ ਨੂੰ ਗਲਤ ਸਲਾਹਾਂ ਦੇ ਕੇ ਗਲਤ ਫੈਸਲੇ ਕਰਵਾ ਰਹੇ ਨੇ। ਸੋ ਕਾਂਗਰਸ ਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਉਹ ਮਸਲਾ ਹਾਲੇ ਵੀ ਤੂਲ ਫੜਦਾ ਨਜ਼ਰ ਆ ਰਿਹਾ ਹੈ, ਉਹ ਥੰਮਦਾ ਨਹੀਂ ਦਿਖਾਈ ਦੇ ਰਿਹਾ। ਰਾਕੇਸ਼ ਪਾਂਡੇ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਜਿਨ੍ਹਾਂ ਦੇ ਪੁੱਤਰ ਨੂੰ ਨੌਕਰੀ ਦਿੱਤੀ ਗਈ ਹੈ, ਉਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਕਿ ਮੇਰੇ ਪੁੱਤਰ ਨੇ ਕੰਪੀਟੀਸ਼ਨ ਦੇ ਵਿੱਚ ਬਹਿ ਕੇ ਇਹ ਨੌਕਰੀ ਹਾਸਲ ਕੀਤੀ ਹੈ, ਯੋਗਤਾ ਦੇ ਆਧਾਰ ਤੇ ਉਸ ਨੂੰ ਨੌਕਰੀ ਮਿਲੀ ਹੈ। ਇਸੇ ਦਰਮਿਆਨ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਲਿਖਤੀ ਕਿਹਾ ਕਿ ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਦੀ ਕੋਈ ਲੋੜ ਨਹੀਂ ਹੈ। ਕਹਿੰਦੇ ਮੇਰੇ ਪੁੱਤਰ ਅਰਜੁਨ ਸਿੰਘ ਬਾਜਵਾ ਨੂੰ ਸਰਕਾਰੀ ਨੌਕਰੀ ਦੀ ਕੋਈ ਲੋੜ ਨਹੀਂ ਹੈ। ਇਹਨਾਂ ਦੇ ਪੁੱਤਰ ਨੂੰ ਹਾਲ ਹੀ ਵਿੱਚ ਪੁਲਿਸ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ ਸੀ। ਯਾਨੀ ਕਿ ਇੱਕ ਵਿਧਾਇਕ ਨੇ ਤਾਂ ਪੈਰ ਪਿੱਛੇ ਖਿੱਚ ਲਏ ਨੇ, ਲੋਕਾਂ ਦੇ ਦਬਾਅ ਦੇ ਵਿੱਚ ਆ ਕੇ, ਵਿਰੋਧੀ ਪਾਰਟੀਆਂ ਦੇ ਦਬਾਅ ਦੇ ਵਿੱਚ ਆ ਕੇ ਆਪਣੇ ਪੁੱਤਰ ਦੀ ਸਰਕਾਰੀ ਨੌਕਰੀ ਵਾਪਸ ਕਰਨ ਦੇ ਲਈ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ। ਹੁਣ ਕੀ ਉਸ ਦਾ ਰਿਪਲਾਈ ਆਏਗਾ ਇਹ ਵੀ ਦੇਖਣਾ ਅਹਿਮ ਰਹੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਤੋਂ ਖਬਰ ਹੈ, ਜਿੱਥੇ ਪੱਕਾ ਮੋਰਚਾ ਲਾਈ ਬੈਠੇ NSQF ਵੋਕੇਸ਼ਨਲ ਅਧਿਆਪਕਾਂ ਦੇ ਵੱਲੋਂ ਨਿਊ ਮੋਤੀ ਬਾਗ ਪੈਲੇਸ ਵੱਲ ਕੀਤੇ ਰੋਸ ਮਾਰਚ ਦੌਰਾਨ ਫੁਹਾਰਾ ਚੌਂਕ ਦੇ ਵਿੱਚ ਪੁਲਿਸ ਵੱਲੋਂ ਲਾਏ ਬੈਰੀਕੇਡ ਨੂੰ ਤੋੜ ਦਿੱਤਾ ਗਿਆ। ਵੋਕੇਸ਼ਨਲ ਅਧਿਆਪਕ ਜਿਹੜੇ ਇੱਥੇ ਪੱਕਾ ਮੋਰਚਾ ਲਾ ਕੇ ਬੈਠੇ ਨੇ, ਉਹਨਾਂ ਵੱਲੋਂ ਆਰ ਪਾਰ ਦੀ ਲੜਾਈ ਦੇ ਸੋਚ ਦੇ ਨਾਲ ਮੋਤੀ ਮਹਿਲ ਵੱਲ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਪੁਲਿਸ ਨੇ YPS ਚੌਂਕ ਤੇ ਲਾਏ ਗਏ ਬੈਰੀਕੇਡ ਤੇ ਰੋਕ ਦਿੱਤਾ। ਸੰਘਰਸ਼ੀ ਅਧਿਆਪਕਾਂ ਨੇ ਕਿਹਾ ਕਿ ਅਸੀਂ ਆਰ ਪਾਰ ਦੀ ਲੜਾਈ ਕਰਾਂਗੇ। 2 ਹਫ਼ਤਿਆਂ ਤੋਂ ਅਸੀਂ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਾਂ। ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੇ ਨਾਲ ਪੈਨਲ ਬੈਠਕ ਹੋਈ, ਉਸ ਦੇ ਵਿੱਚ ਵੋਕੇਸ਼ਨਲ ਅਧਿਆਪਕਾਂ ਦੀਆਂ ਮੰਗਾਂ ਦੇ ਪ੍ਰਤੀ ਉਹਨਾਂ ਨੇ ਟਾਲ ਮਟੋਲ ਹੀ ਰੱਖੀ। ਸੰਘਰਸ਼ੀ ਅਧਿਆਪਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤ ਅਧਿਆਪਕਾਂ ਸ਼ਾਮਲ ਨੇ। ਗਰਮੀ ਦੇ ਬਾਵਜੂਦ ਸੰਘਰਸ਼ ਨੂੰ ਭਖਾਉਣ ਦੇ ਲਈ ਲਗਾਤਾਰ ਨਾਅਰੇਬਾਜ਼ੀ ਇਹ ਕਰਦੇ ਰਹੇ। ਉਹਨਾਂ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮਹਿਲਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਵੜਨ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਤੇ ਉਧਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਕੱਚੇ ਅਧਿਆਪਕਾਂ ਦਾ ਮੋਰਚਾ ਲਗਾਤਾਰ ਜਾਰੀ ਹੈ। ਭਖਦੀ ਗਰਮੀ ਦੇ ਵਿੱਚ ਲਗਾਤਾਰ ਅਧਿਆਪਕ ਨੇ ਜਿਹੜੇ ਬੈਠੇ ਹੋਏ ਨੇ, ਉਹਨਾਂ ਦਾ ਉੱਥੇ ਰਹਿਣ ਸਹਿਣ ਦਾ, ਖਾਣ ਪੀਣ ਦਾ ਜਿਹੜਾ ਪ੍ਰਬੰਧ ਹੈ ਬਹੁਤ ਔਖਾ ਹੁੰਦਾ ਹੈ। ਪਰ ਨਾਲ ਹੀ ਗੁਰਦੁਆਰਾ ਅੰਬ ਸਾਹਿਬ ਹੋਣ ਕਰਕੇ ਜਿਹੜਾ ਇਹਨਾਂ ਅਧਿਆਪਕਾਂ ਦੀ, ਸੰਘਰਸ਼ੀ ਅਧਿਆਪਕਾਂ ਦੀ ਕਾਫੀ ਮਦਦ ਹੋ ਰਹੀ ਹੈ। ਭੋਜਨ ਦੇ ਲਈ, ਥੋੜਾ ਬਹੁਤ ਰਹਿਣ ਸਹਿਣ ਦੇ ਲਈ ਤੇ ਨਹਾਉਣ ਧੋਣ ਦੇ ਲਈ ਇਹ ਆਪਣੀਆਂ ਜਿਹੜੀਆਂ ਜ਼ਰੂਰੀ ਲੋੜਾਂ ਨੇ ਉਹ ਇੱਥੇ ਪੂਰੀਆਂ ਕਰ ਰਹੇ ਨੇ। ਇਸੇ ਦਰਮਿਆਨ ਬਰਨਾਲਾ ਤੋਂ ਖਬਰ ਆ ਰਹੀ ਹੈ, ਜਿੱਥੇ
ਪਿੰਡ ਹਮੀਦੀ ਦੇ ਵਿੱਚ ਠੇਕਾ ਆਧਾਰਿਤ ਸਰਕਾਰੀ ਅਧਿਆਪਕਾ ਝੋਨਾ ਲਾਉਣ ਦੇ ਲਈ ਮਜਬੂਰ ਹੈ। ETT NTT ਪਾਸ ਇਹ ਅਧਿਆਪਕ ਹੈਗੇ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਬੇਰੁਜ਼ਗਾਰ ਬੈਠੇ ਹਾਂ ਤੇ ਹੁਣ ਜਦੋਂ ਸੀਜ਼ਨ ਆਇਆ ਝੋਨੇ ਲਾਉਣ ਦਾ ਤਾਂ ਅਸੀਂ ਝੋਨਾ ਲਾਉਣ ਦੇ ਲਈ ਮਜਬੂਰ ਹਾਂ। ETT NTT ਪਾਸ ਅਧਿਆਪਕਾ ਸਰਬਜੀਤ ਕੌਰ ਹਮੀਦੀ ਨੇ ਦੱਸਿਆ ਕਿ 2003 ਤੋਂ EGS ਅਧਿਆਪਕਾਂ ਦੇ ਵਜੋਂ ਬੱਚਿਆਂ ਨੂੰ ਉਹ ਪੜ੍ਹਾ ਰਹੀ ਹੈ। 2003 ਤੋਂ 2008 ਤੱਕ ਸਿਰਫ 1000 ਰੁਪਏ ਮਹੀਨਾ ਉਹਨਾਂ ਨੂੰ ਮਾਣ ਭੱਤਾ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ETT ਪਾਸ ਕਰਨ ਤੇ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਪੱਕੇ ਕਰ ਦਿੱਤਾ ਜਾਏਗਾ, ਪਰ ਸਰਕਾਰ ਨੇ ਪੱਕੇ ਨਹੀਂ ਕੀਤਾ। 2014 ਦੇ ਵਿੱਚ ਸਿਰਫ 5000 ਰੁਪਏ ਪ੍ਰਤੀ ਮਹੀਨਾ ਮਾਣ ਭੱਤੇ ਤੇ ਸਰਕਾਰੀ ਸਕੂਲਾਂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਵਾਅਦਾ ਇਹਨਾਂ ਨੇ ਵੀ ਪੂਰਾ ਨਹੀਂ ਕੀਤਾ। ਯਾਨੀ ਕਿ ਸਾਲਾਂ ਤੋਂ 2003 ਤੋਂ ਲੈ ਕੇ ਲਗਾਤਾਰ ਇਹ ਮਜਬੂਰ ਨੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨ ਦੇ ਲਈ ਤੇ ਹੁਣ ਮਜਬੂਰ ਨੇ ਝੋਨਾ ਲਾਉਣ ਦੇ ਲਈ। ਗੁਰਦਾਸਪੁਰ ਤੋਂ ਖਬਰ ਹੈ ਜਿੱਥੇ ਬਟਾਲਾ ਪਹੁੰਚੇ ਬੀਜੇਪੀ ਦੇ ਸਾਂਸਦ ਸ਼ਵੇਤ ਮਲਿਕ ਨੂੰ ਕਿਸਾਨਾਂ ਨੇ ਘੇਰ ਲਿਆ। ਕਿਸਾਨਾਂ ਨੇ ਬੀਜੇਪੀ ਅਤੇ ਸ਼ਵੇਤ ਮਲਿਕ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬੀਜੇਪੀ ਸਾਂਸਦ ਸ਼ਵੇਤ ਮਲਿਕ ਬਟਾਲਾ ਦੇ ਵਿੱਚ RSS ਦੇ ਇੱਕ ਵੱਡੇ ਅਧਿਕਾਰੀ ਨੂੰ ਮਿਲਣ ਪਹੁੰਚੇ ਸੀ। ਇਹ ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਹੈ, ਪਰ ਇਸ ਦੌਰਾਨ ਕਿਸਾਨਾਂ ਨੂੰ ਸ਼ਵੇਤ ਮਲਿਕ ਦੀ ਫੇਰੀ ਬਾਰੇ ਪਤਾ ਚੱਲ ਗਿਆ ਤੇ ਇਕੱਠੇ ਹੋ ਕੇ ਕਿਸਾਨ ਸ਼ਵੇਤ ਮਲਿਕ ਨੂੰ ਘੇਰਨ ਪਹੁੰਚ ਗਏ। ਸ਼ਵੇਤ ਮਲਿਕ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ। ਕਿਸਾਨਾਂ ਨੇ ਕਿਹਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਸੀਂ ਤੁਹਾਨੂੰ ਘੇਰਾ ਪਾਉਂਦੇ ਰਹਾਂਗੇ। ਕਿਸਾਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਵੜਨ ਦੀ ਕੋਸ਼ਿਸ਼ ਨਾ ਕਰੇ, ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਜਦੋਂ ਵੀ ਬੀਜੇਪੀ ਦਾ ਕੋਈ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪ੍ਰੋਗਰਾਮ ਕਰੇਗਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਹਰ ਹਾਲਤ ਦੇ ਵਿੱਚ ਕਰਾਂਗੇ। 6ਵੇਂ ਤਨਖਾਹ ਕਮਿਸ਼ਨ ਦਾ ਵਿਰੋਧ ਨਹੀਂ ਰੁਕ ਰਿਹਾ। ਡਾਕਟਰਾਂ ਦੇ ਵੱਲੋਂ ਲਗਾਤਾਰ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਹੁਣ 25 ਜੂਨ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਸੂਬੇ ਦੇ ਸਰਕਾਰੀ ਡਾਕਟਰਾਂ ਦੀ ਜੁਆਇੰਟ ਗਵਰਨਮੈਂਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਵਿਰੋਧ ਦੇ ਵਿੱਚ 25 ਅਪ੍ਰੈਲ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ। ਸੂਬਾ ਭਰ ਦੇ ਵਿੱਚ DCs ਨੂੰ ਮੰਗ ਪੱਤਰ ਸੌਂਪੇ ਗਏ। 23 ਜੂਨ ਨੂੰ ਜੁਆਇੰਟ ਗਵਰਨਮੈਂਟ ਡਾਕਟਰਜ਼ ਐਸੋਸੀਏਸ਼ਨ ਕਮੇਟੀ ਦੇ ਲੀਡਰ ਅਤੇ ਹੋਰ ਜਿਹੜੇ ਅਹੁਦੇਦਾਰ ਸੀ ਉਹ ਪਹੁੰਚੇ ਹੋਏ ਸੀ। ਮੋਗਾ ਦੇ ਵਿੱਚ ਇਹ ਜਿਹੜਾ ਐਲਾਨ ਕੀਤਾ ਗਿਆ। ਸੋ ਇਹਨਾਂ ਨੇ ਕਿਹਾ ਕਿ ਜੇ ਸਰਕਾਰ ਨੇ NPA ਬਾਰੇ ਫੈਸਲਾ ਵਾਪਸ ਨਾ ਲਿਆ ਤਾਂ 25 ਜੂਨ ਦੀ ਹੜਤਾਲ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਇਤਿਹਾਸਿਕ ਹੜਤਾਲ ਹੋਵੇਗੀ। ਬਠਿੰਡਾ ਦੇ ਵਿੱਚ ਵੀ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਸੀ ਉਹ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਹੀ। ਸਿਵਲ ਹਸਪਤਾਲ ਦੇ ਡਾਕਟਰ ਪੰਜਾਬ ਸਰਕਾਰ ਦੇ ਵੱਲੋਂ ਪੇ ਕਮਿਸ਼ਨ ਜਾਰੀ ਕਰਨ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ 2 ਘੰਟਿਆਂ ਦੀ ਹੜਤਾਲ ਕਰ ਰਹੇ ਨੇ ਤੇ ਹੁਣ 25 ਜੂਨ ਤੋਂ ਮੁਕੰਮਲ ਸਿਹਤ ਸੇਵਾਵਾਂ ਬੰਦ ਰੱਖਣ ਦੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਗਈ ਹੈ। ਡਾਕਟਰ ਮੰਗ ਕਰ ਰਹੇ ਨੇ ਕਿ ਜਿਹੜਾ ਉਹਨਾਂ ਦਾ NPA ਹੈ ਉਹ 25 ਤੋਂ ਵਧਾ ਕੇ 33 ਕੀਤਾ ਜਾਵੇ। 6ਵੇਂ ਤਨਖਾਹ ਕਮਿਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ 25 ਕੀਤਾ ਹੈ ਜਦਕਿ ਕੇਂਦਰੀ ਮੁਲਾਜ਼ਮਾਂ ਦਾ ਉਹ 33 ਹੈ। NPA ਨੂੰ ਕਹਿੰਦੇ ਸਾਡੀ ਤਨਖਾਹਾਂ ਦੇ ਨਾਲ ਪੂਰੀ ਤਰ੍ਹਾਂ ਲਿੰਕ ਕੀਤਾ ਜਾਵੇ। ਜੋ ਸਾਡੇ ਰਿਟਾਇਰਡ ਅਧਿਕਾਰੀ ਨੇ ਉਹਨਾਂ ਦੀ ਪੈਨਸ਼ਨ NPA ਨਾਲ ਲਿੰਕ ਦੇ ਆਧਾਰ ਦੇ ਉੱਤੇ ਕੀਤੀ ਜਾਵੇ। ਨਾਲ ਹੀ ਕਰੋਨਾ ਮਹਾਮਾਰੀ ਦੌਰਾਨ ਜਿਹੜੇ ਸਾਥੀਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ। ਇਹ ਵੀ ਡਾਕਟਰਾਂ ਨੇ ਮੰਗ ਕੀਤੀ ਹੈ। ਲੁਧਿਆਣਾ ਦੇ ਖੰਨਾ ਤੋਂ ਖਬਰ ਹੈ ਜਿੱਥੇ ਨੈਸ਼ਨਲ ਹਾਈਵੇ ਦੇ ਫਲਾਈਓਵਰ ਤੇ ਮਾਰਕਫੈਡ ਘਿਓ ਮਿਲ ਦੇ ਸਾਹਮਣੇ ਤੜਕੇ 3 ਵਜੇ ਹੋਏ ਹਾਦਸੇ ਵਿੱਚ 2 ਜਣਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਦਰਅਸਲ ਉੱਤਰ ਪ੍ਰਦੇਸ਼ ਦੇ ਬਿਹਾਰ ਤੋਂ ਸਵਾਰੀਆਂ ਨਾਲ ਭਰੀ ਬੱਸ ਲੁਧਿਆਣੇ ਨੂੰ ਜਾ ਰਹੀ ਸੀ। ਖੰਨਾ ਵਿੱਚ ਮਾਰਕਫੈਡ ਨੇੜੇ ਘਿਓ ਮਿਲ ਦੇ ਸਾਹਮਣੇ ਸੜਕ ਦੇ ਉੱਤੇ ਸਰੀਏ ਨਾਲ ਭਰੇ ਟਰੱਕ ਦੇ ਨਾਲ ਜਾ ਟਕਰਾਈ। ਤੇਜ਼ ਰਫ਼ਤਾਰ ਹੋਣ ਕਾਰਨ ਬੱਸ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਬੱਸ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ। ਇੱਕ ਲਾਸ਼ ਟਰੱਕ ਦੇ ਨੇੜਿਓਂ ਮਿਲੀ ਜੋ ਟਰੱਕ ਚਾਲਕ ਦੀ ਦੱਸੀ ਜਾ ਰਹੀ ਹੈ, ਜੋ ਕਿ ਰਾਤ ਨੂੰ ਟਰੱਕ ਦੇ ਹੇਠਾਂ ਸੁੱਤਾ ਹੋਇਆ ਸੀ। ਹਾਦਸੇ ਦੇ ਵਿੱਚ ਲੁਧਿਆਣਾ ਵਾਸੀ ਵਿਸ਼ਵਨਾਥ ਤੇ ਕਲਾਵਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਨੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਲਾਲਾਂ ਦੇ ਅੰਤਿਮ ਸੰਸਕਾਰ ਦੇ ਲਈ ਮੁਗਲਾਂ ਦੇ ਹੁਕਮ ਦੀ ਨਾਫਰਮਾਨੀ ਕਰਨ ਦੀ ਹਿੰਮਤ ਕਰਨ ਵਾਲੇ ਦੀਵਾਨ ਟੋਡਰਮਲ ਦੀ ਸ਼ਾਨਾਮਤੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਨੇ ਜਹਾਜ਼ ਹਵੇਲੀ ਨੂੰ ਮੁੱਖ ਸੜਕ ਦੇ ਨਾਲ ਜੋੜਨ ਵਾਲੀ ਸੜਕ ਦਾ ਨਾਮ ਦੀਵਾਨ ਟੋਡਰਮਲ ਰੱਖਣ ਦਾ ਫੈਸਲਾ ਲਿਆ ਹੈ। ਇਸ ਦੀ ਜਾਣਕਾਰੀ ਵਿਜੇਂਦਰ ਸਿੰਗਲਾ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਈ ਬੜੇ ਮਾਣ ਦੀ ਗੱਲ ਹੈ ਕਿ ਦੀਵਾਨ ਟੋਡਰਮਲ ਦੇ ਲਾਸਾਨੀ ਯੋਗਦਾਨ ਦੇ ਸਤਿਕਾਰ ਵਜੋਂ ਉਹਨਾਂ ਦੀ ਰਿਹਾਇਸ਼ ਜਿਹੜੀ ਜਹਾਜ਼ ਹਵੇਲੀ ਜਿਹੜੀ ਕਿ ਹਾਲੇ ਖਸਤਾ ਹਾਲਤ ਦੇ ਵਿੱਚ ਪਈ ਹੈ। ਹਾਲਾਂਕਿ ਕਈ ਵਾਰੀ ਇਸ ਹਵੇਲੀ ਦੀ ਮੁਰੰਮਤ ਕਰਨੀ ਵਿੱਢੀ ਗਈ ਪਰ ਹਾਲੇ ਤੱਕ ਮੁਕੰਮਲ ਨਹੀਂ ਹੋ ਸਕੀ। ਸੋ ਹੁਣ ਜਿਹੜੀ ਜਹਾਜ਼ ਹਵੇਲੀ ਮੇਨ ਸੜਕ ਤੋਂ ਕਾਫੀ ਦੂਰ ਪੈ ਜਾਂਦੀ ਹੈ ਉਸ ਨੂੰ ਹੁਣ
ਜਿਹੜੀ ਸੜਕ ਨੂੰ ਮੁੱਖ ਸੜਕ ਦੇ ਨਾਲ ਉਸ ਰਾਹ ਨੂੰ ਜਾਂਦੀ ਸੜਕ ਨੂੰ ਜੋੜਿਆ ਗਿਆ ਹੈ ਉਹਦਾ ਨਾਮ ਹੁਣ ਦੀਵਾਨ ਟੋਡਰਮਲ ਮਾਰਗ ਰੱਖਿਆ ਜਾਵੇਗਾ। ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿ ਕੇ ਫਸੇ ਰਾਮਦੇਵ ਹੁਣ ਅਪੀਲ ਲੈ ਕੇ ਪਹੁੰਚ ਗਏ ਨੇ ਸੁਪਰੀਮ ਕੋਰਟ। ਜੋ ਗੁਰੂ ਰਾਮਦੇਵ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨਾਲ ਜਿਹੜਾ ਝਗੜਾ ਚੱਲ ਰਿਹਾ ਹੈ ਉਸ ਮਾਮਲੇ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਰਾਮਦੇਵ ਨੇ ਆਪਣੇ ਖਿਲਾਫ ਸਾਰੇ ਮਾਮਲਿਆਂ ਵਿੱਚ ਕਾਰਵਾਈ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਸੋ ਰਾਮਦੇਵ ਜਿਹੜੇ ਕਿ ਐਲੋਪੈਥੀ ਨੂੰ ਸਟੂਪਿਡ ਸਾਇੰਸ ਅਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦਰਮਿਆਨ ਜੋ ਵੀ ਇਲਾਜ ਚੱਲਦਾ ਸੀ ਐਲੋਪੈਥਿਕ ਤਰੀਕੇ ਦੇ ਜ਼ਰੀਏ ਉਸ ਦੀ ਉਹਨਾਂ ਨੇ ਕਾਫੀ ਜਿਹੜਾ ਹੈਗਾ ਆਲੋਚਨਾ ਕੀਤੀ ਸੀ, ਜਿਸ ਤੋਂ ਬਾਅਦ IMA ਨੇ ਸਖਤ ਸਟੈਂਡ ਲਿਆ ਰਾਮਦੇਵ ਦੇ ਖਿਲਾਫ। ਕਈ ਥਾਵਾਂ ਤੇ ਰਾਮਦੇਵ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਨੇ ਤੇ ਇੱਕ ਅੱਧੀ ਥਾਂ ਤੇ ਪਰਚੇ ਵੀ ਦਰਜ ਹੋਏ ਨੇ। ਸੋ ਰਾਮਦੇਵ ਵੀ ਸੁਪਰੀਮ ਕੋਰਟ ਦੀ ਸ਼ਰਨ ਲੈਣ ਦੇ ਲਈ ਪਹੁੰਚ ਗਏ ਨੇ। ਬੀਬੀਆਂ ਦੇ ਨਾਲ ਜੁੜੀ ਇੱਕ ਅਹਿਮ ਖਬਰ ਹੈ। ਇਨਕਮ ਟੈਕਸ ਅਪੀਲ ਟ੍ਰਿਬਿਊਨਲ ਯਾਨੀ ਕਿ ITAT ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਘਰੇਲੂ ਸੁਆਣੀਆਂ ਦੇ ਵੱਲੋਂ ਜਮ੍ਹਾਂ ਕਰਵਾਈ ਗਈ 2.5 ਲੱਖ ਰੁਪਏ ਦੀ ਰਾਸ਼ੀ ਆਮਦਨੀ ਟੈਕਸ ਪੜਤਾਲ ਦੇ ਅਧੀਨ ਨਹੀਂ ਆਏਗੀ। ਯਾਨੀ ਕਿ ਨੋਟਬੰਦੀ ਜਦੋਂ ਹੋਈ ਹੈ ਉਸ ਤੋਂ ਬਾਅਦ ਜਿਹੜੀਆਂ ਵੀ ਬੀਬੀਆਂ ਨੇ 2.5 ਲੱਖ ਰੁਪਏ ਦੀ ਨਗਦ ਰਾਸ਼ੀ ਜਮ੍ਹਾਂ ਕਰਵਾਈ ਹੈ ਉਸ ਤੇ ਟੈਕਸ ਨਹੀਂ ਲੱਗੇਗਾ। 2.5 ਲੱਖ ਤੱਕ ਜੇ ਕਰਵਾਈ ਹੈ ਤਾਂ ਉਹਨੂੰ ਟੈਕਸ ਵਿਭਾਗ ਪੁੱਛ ਪੜਤਾਲ ਦੇ ਵਿੱਚ ਲਿਆਏਗਾ ਹੀ ਨਹੀਂ। ਅਜਿਹੀਆਂ ਜਮ੍ਹਾਂ ਰਕਮਾਂ ਨੂੰ ਆਮਦਨ ਨਹੀਂ ਮੰਨਿਆ ਜਾ ਸਕਦਾ। ਇੱਕ ਵਿਅਕਤੀ ਵੱਲੋਂ ਦਾਇਰ ਪਟੀਸ਼ਨ ਤੇ ਆਪਣਾ ਫੈਸਲਾ ਦਿੰਦਿਆਂ ITAT ਦੇ ਆਗਰਾ ਬੈਂਚ ਨੇ ਕਿਹਾ ਕਿ ਇਸ ਹੁਕਮ ਨੂੰ ਅਜਿਹੇ ਸਾਰੇ ਮਾਮਲਿਆਂ ਦੇ ਵਿੱਚ ਮਿਸਾਲ ਮੰਨਿਆ ਜਾਏਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਸੰਤ ਕਬੀਰ ਜਯੰਤੀ ਦੇ ਮੌਕੇ ਤੇ ਬੁੱਧਵਾਰ ਯਾਨੀ ਕਿ 24 ਜੂਨ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ਤੇ ਇਸ ਦਿਨ ਚੰਡੀਗੜ੍ਹ ਦੇ ਵਿੱਚ ਸਾਰੇ ਬੈਂਕ ਵੀ ਬੰਦ ਰਹਿਣਗੇ। ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਦੱਸਿਆ ਕਿ 24 ਜੂਨ ਨੂੰ ਸੰਤ ਕਬੀਰ ਜਯੰਤੀ ਦੇ ਕਾਰਨ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਚੰਡੀਗੜ੍ਹ ਪ੍ਰਸ਼ਾਸਨ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਸਾਰੇ ਅਦਾਰਿਆਂ ਦੇ ਵਿੱਚ ਜਨਤਕ ਛੁੱਟੀ ਵਾਲੇ ਐਕਟ 1881 ਦੀ ਧਾਰਾ 25 ਦੇ ਤਹਿਤ ਛੁੱਟੀ ਰਹੇਗੀ। ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਜਿਹੜੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਹੈ ਉਹ ਨਵੰਬਰ ਤੱਕ ਜਾਰੀ ਰਹੇਗੀ ਤੇ ਹੁਣ ਕੇਂਦਰੀ ਕੈਬਨਿਟ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਨੂੰ ਇਸੇ ਸਾਲ ਕਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋੜਵੰਦ ਪਰਿਵਾਰਾਂ ਦੇ ਲਈ ਸ਼ੁਰੂ ਕੀਤਾ ਗਿਆ ਸੀ ਤੇ ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਨੇ ਨਵੰਬਰ ਯਾਨੀ ਕਿ 5 ਮਹੀਨੇ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਹੋਈ ਕੈਬਨਿਟ ਬੈਠਕ ਦੇ ਵਿੱਚ ਹੁਣ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਪਿਛਲੇ ਦਿਨੀ ਪੰਜਾਬ ਦੇ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੇ ਪਾਰਟੀ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਐਕਸ਼ਨ ਮੋਡ ਦੇ ਵਿੱਚ ਆ ਗਏ ਨੇ। ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਕਈ ਕਾਂਗਰਸੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ, ਯਾਨੀ ਕਿ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਹੈ। ਅੰਮ੍ਰਿਤਸਰ ਦੇ ਉੱਤਰੀ ਹਲਕੇ ਦੇ ਵਿੱਚ ਸਰਗਰਮੀਆਂ ਸ਼ੁਰੂ ਕਰਦੇ ਹੋਏ ਵਾਰਡ ਨੰਬਰ 15 ਦੀ ਕੌਂਸਲਰ ਪਿੰਕੀ ਦੇਵੀ ਸਮੇਤ ਕਈ ਕਾਂਗਰਸੀਆਂ ਨੂੰ ਇਹਨਾਂ ਨੇ ਆਪ ਦੇ ਵਿੱਚ ਸ਼ਾਮਲ ਕੀਤਾ ਹੈ। ਹਿਮਾਚਲ ਤੋਂ ਇੱਕ ਖਬਰ ਤੁਹਾਨੂੰ ਦੱਸ ਦਿੰਨੇ ਆ। ਪੰਜਾਬ ਦੀਆਂ ਇਹਨਾਂ ਖਬਰਾਂ ਦੇ ਵਿੱਚ ਜਿੱਥੇ ਪੁਲਿਸ ਆਪਸ ਦੇ ਵਿੱਚ ਥੱਪੜੋ ਥੱਪੜੀ ਹੋ ਗਈ, ਜਾਂ ਕਹਿ ਲਈਏ ਕਿ ਪੁਲਿਸ ਅਧਿਕਾਰੀ ਆਪਸ ਦੇ ਵਿੱਚ ਭਿੜ ਗਏ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿਮਾਚਲ ਦੌਰਾ ਕੀਤਾ ਸੀ। ਕੁੱਲੂ ਦੇ SP ਨੇ ਗਡਕਰੀ ਦੇ ਕਾਫਲੇ ਨੂੰ ਰੋਕਣ ਦੇ ਲਈ ਇੱਕ ਪੁਲਿਸ ਮੁਲਾਜ਼ਮ ਨੂੰ ਥੱਪੜ ਮਾਰ ਦਿੱਤਾ ਤੇ ਫਿਰ ਸੁਰੱਖਿਆ ਦਸਤੇ ਦੇ SP ਨੂੰ ਬੁਰੀ ਤਰ੍ਹਾਂ ਕੁੱਟਿਆ। ਜਦੋਂ ਗਡਕਰੀ ਹਿਮਾਚਲ ਪਹੁੰਚੇ ਤਾਂ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਗਡਕਰੀ ਦੇ ਨਾਲ ਸਨ। ਸੁਰੱਖਿਆ ਕਰਮੀ ਹਿਮਾਚਲ ਦੇ ਮੁੱਖ ਮੰਤਰੀ ਸੁਰੱਖਿਆ ਦਸਤੇ ਤੋਂ ਦੱਸੇ ਜਾ ਰਹੇ ਸੀ। ਗਡਕਰੀ ਦਾ ਕਾਫਲਾ ਭੁੰਤਰ 에ਅਰਪੋਰਟ ਤੋਂ ਮਨਾਲੀ ਜਾ ਰਿਹਾ ਸੀ ਤਾਂ ਮਨਾਲੀ 4 ਲੇਨ ਪ੍ਰਭਾਵਿਤ ਲੋਕ ਰਾਹ ਦੇ ਵਿੱਚ ਸੜਕ ਕਿਨਾਰੇ ਖੜੇ ਸੀ। ਗਡਕਰੀ ਉੱਥੇ ਰੁਕ ਕੇ ਲੋਕਾਂ ਦੀ ਗੱਲ ਸੁਣਨ ਲੱਗ ਪਏ। ਕਾਫਲੇ ਨੂੰ ਰੋਕਣ ਲਈ CM ਦੇ ਸੁਰੱਖਿਆ ਅਤੇ ਕੁੱਲੂ SP ਦਰਮਿਆਨ ਤਕਰਾਰਬਾਜ਼ੀ ਹੋ ਗਈ। ਮੌਕੇ ਤੇ ਪੁਲਿਸ ਮੁਲਾਜ਼ਮ ਜ਼ੋਰ-ਜ਼ੋਰ ਨਾਲ ਚੀਕ ਰਿਹਾ ਸੀ ਕਿ ਤੁਸੀਂ SP ਸਾਹਿਬ ਨੂੰ ਕਿਉਂ ਮਾਰ ਰਹੇ ਹੋ। ਕੁੱਲੂ ਦਾ SP ਇੱਕ IPS ਅਧਿਕਾਰੀ ਹੈ ਤੇ ਮੁੱਖ ਮੰਤਰੀ ਨਾਲ ਤੈਨਾਤ ਸੁਰੱਖਿਆ ਕਰਮਚਾਰੀ ਵੀ ਹਿਮਾਚਲ ਪੁਲਿਸ ਵਿਭਾਗ ਤੋਂ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਸਭ ਤੋਂ ਪਹਿਲੀ ਖਬਰ ਹੈ ANI ਦੇ ਮੁਤਾਬਿਕ ਨਸ਼ੇ ਦੇ ਇੱਕ ਕੇਸ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਸਰਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਇਸੇ ਮਹੀਨੇ ਨਸ਼ੇ ਦੀ ਤਸਕਰੀ ਦੇ ਨਾਲ ਜੁੜੇ ਇੱਕ ਹੋਰ ਵਿਅਕਤੀ ਹੈਰਿਸ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੈਰਿਸ ਖਾਨ ਦੇ ਤਾਰ ਪਰਵੇਜ਼ ਖਾਨ ਉਰਫ ਚਿੰਕੂ ਪਠਾਨ ਨਾਲ ਜੁੜੇ ਹੋਏ ਦੱਸੇ ਗਏ ਨੇ, ਜੋ ਕਿ ਦਾਊਦ ਇਬਰਾਹਿਮ ਦਾ ਨਜ਼ਦੀਕੀ ਹੈ। ਖਾਨ ਦੇ ਤਾਰ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਨਾਲ ਜੁੜੇ ਹੋਣ ਦੀ ਵੀ ਜਾਂਚ ਕੀਤੀ ਜਾਏਗੀ, ਇਹ ਵੀ ANI ਨੇ ਲਿਖਿਆ ਹੈ। ਅਗਲੀ ਖਬਰ ਹੈ ਕਿ ED ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਫਰਾਰ ਕਾਰੋਬਾਰੀ ਵਿਜੇ ਮਾਲਿਆ, ਮੇਹੁਲ ਚੌਕਸੀ ਅਤੇ ਨੀਰਵ ਮੋਦੀ ਦੀ ਜ਼ਬਤ ਕੀਤੀ ਗਈ ਜਾਇਦਾਦ ਵਿੱਚੋਂ 9,371 ਕਰੋੜ ਰੁਪਏ ਸਰਕਾਰੀ ਬੈਂਕਾਂ ਨੂੰ ਟ੍ਰਾਂਸਫਰ ਕਰ ਦਿੱਤੇ ਗਏ
ਨੇ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਹਨਾਂ ਕਾਰੋਬਾਰੀਆਂ ਦੀ ਵਿੱਤੀ ਧੋਖਾਧੜੀ ਦੇ ਕਾਰਨ ਬੈਂਕਾਂ ਨੂੰ ਭਾਰੀ ਨੁਕਸਾਨ ਹੋਇਆ। ਈਡੀ ਨੇ ਇਹਨਾਂ ਕਾਰੋਬਾਰੀਆਂ ਦੀ ਕੁੱਲ 18,170 ਕਰੋੜ ਤੋਂ ਵੱਧ ਦੀ ਕੀਮਤ ਦੀ ਸੰਪत्ति ਨੂੰ ਅਟੈਚ ਕੀਤਾ ਹੈ। ਦਿੱਲੀ ਹਾਈ ਕੋਰਟ ਨੇ WhatsApp ਦੀ ਨਿਜਤਾ ਨੀਤੀ ਦੀ ਜਾਂਚ ਦੇ ਸੰਬੰਧ ਵਿੱਚ Facebook ਅਤੇ ਮੈਸੇਜਿੰਗ ਐਪ ਤੋਂ ਕੁਝ ਜਾਣਕਾਰੀ ਮੰਗਣ ਦੇ ਮੁਕਾਬਲੇਬਾਜ਼ੀ ਕਮਿਸ਼ਨ ਦੇ ਨੋਟਿਸ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਅਨੂਪ ਜੈਰਾਮ ਭਾਂਬਨੀ ਦੇ ਬੈਂਚ ਨੇ ਕਿਹਾ ਕਿ ਜਾਂਚ ਵਿੱਚ ਹੋਰ ਕਦਮ ਚੁੱਕਣ ਤੇ ਰੋਕ ਲਾਉਣ ਦੀ ਅਪੀਲ ਕਰਨ ਵਾਲੀ ਅਰਜ਼ੀ ਪਹਿਲਾਂ ਹੀ ਦਾਇਰ ਕੀਤੀ ਜਾ ਚੁੱਕੀ ਹੈ, ਜਿਸ ਦੇ ਵਿੱਚ CCI ਡਾਇਰੈਕਟਰ ਜਨਰਲ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ਤੇ ਬੈਂਚ ਨੇ 6 ਮਈ ਨੂੰ ਕੋਈ ਅੰਤਰਿਮ ਰਾਹਤ ਨਹੀਂ ਦਿੱਤੀ ਸੀ, ਪਰ ਇਸ ਤੇ ਸੁਣਵਾਈ ਲਈ 9 ਜੁਲਾਈ ਦਾ ਦਿਨ ਤੈਅ ਕੀਤਾ ਸੀ। ਕੱਲ ਯਾਨੀ ਕਿ 24 ਜੂਨ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਸ਼ਮੀਰ ਦੇ ਕੁਝ ਲੀਡਰਾਂ ਦੇ ਨਾਲ ਇੱਕ ਹਾਈ ਪ੍ਰੋਫਾਈਲ ਬੈਠਕ ਕਰਨ ਵਾਲੇ ਨੇ। ਇਸ ਬੈਠਕ ਵਿੱਚ ਲੰਬੇ ਸਮੇਂ ਤੱਕ ਅਲੱਗ-ਥਲੱਗ ਰਹੇ ਕਸ਼ਮੀਰੀ ਲੀਡਰਾਂ ਦੇ ਸ਼ਾਮਿਲ ਹੋਣ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਹੋ ਰਹੀਆਂ ਨੇ। ਹਾਲਾਂਕਿ PDP ਤੇ ਜਿਹੜੇ ਇੱਕ ਗੁਪਕਾਰ ਗਰੁੱਪ ਹੈ ਉਹਨਾਂ ਨੇ ਇਹ ਫੈਸਲਾ ਲੈ ਲਿਆ ਸੀ ਕਿ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਇਸ ਗੱਠਜੋੜ ਦੇ ਵਿੱਚ ਨੈਸ਼ਨਲ ਕਾਨਫਰੰਸ ਦੇ ਡਾਕਟਰ ਫਾਰੂਕ ਅਬਦੁੱਲਾ ਤੇ PDP ਦੀ ਮਹਿਬੂਬਾ ਮੁਫਤੀ ਵੀ ਸ਼ਾਮਿਲ ਹੈ। ਇਹਨਾਂ ਲੀਡਰਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਰਾਹੀਂ ਬੈਠਕ ਵਿੱਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਗਿਆ ਸੀ, ਪਰ ਇਸ ਮੀਟਿੰਗ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਆਖਿਰਕਾਰ ਗੱਲਬਾਤ ਕੀ ਹੋਏਗੀ। ਕਸ਼ਮੀਰ ਦੇ ਲੀਡਰ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਕੀ ਮੰਗਾਂ ਰੱਖਣਗੇ ਤੇ ਮੋਦੀ ਕੀ ਕਹਿਣ ਵਾਲੇ ਨੇ? ਕੀ ਮੋਦੀ ਕਸ਼ਮੀਰ ਦੇ ਲੋਕਾਂ ਦੇ ਮਨ ਕੀ ਬਾਤ ਨੂੰ ਸੁਣਨਗੇ ਜਾਂ ਫਿਰ ਆਪਣੇ ਮਨ ਕੀ ਬਾਤ ਸੁਣਾਉਣਗੇ? ਇਹ ਵੀ ਸਵਾਲ ਹੈ ਜਿਹੜਾ ਉਹ ਵਾਰ-ਵਾਰ ਲੋਕਾਂ ਦੇ ਮਨਾਂ ਦੇ ਵਿੱਚ ਹੈ। ਖੈਰ, ਕੱਲ ਨੂੰ ਪਤਾ ਲੱਗ ਜਾਏਗਾ ਕਿ ਗੱਲਬਾਤ ਕੀ ਹੋਏਗੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ। ਸਭ ਤੋਂ ਪਹਿਲੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ, ਜਿੱਥੇ ਲਾਹੌਰ ਦੇ ਵਿੱਚ ਹਾਫਿਜ਼ ਸਈਦ ਦੀ ਰਿਹਾਇਸ਼ ਦੇ ਬਾਹਰ ਧਮਾਕਾ ਹੋਇਆ। ਇੱਕ ਰਿਹਾਇਸ਼ ਦੇ ਬਾਹਰ ਧਮਾਕਾ ਹੋਇਆ। 14 ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਤੇ 2 ਮੌਤਾਂ ਹੋ ਗਈਆਂ ਨੇ। ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚਲੇ ਜੌਹਰ ਟਾਊਨ ਦੇ ਵਿੱਚ ਇਹ ਧਮਾਕਾ ਹੋਇਆ ਹੈ। ਕਮਿਸ਼ਨਰ ਲਾਹੌਰ ਦੇ ਕੈਪਟਨ ਰਿਟਾਇਰਡ ਉਸਮਾਨ ਯੂਨਿਸ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਗਲੀ ਦੇ ਵਿੱਚ ਇੱਕ ਟੋਆ ਹੈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ ਇੱਕ ਕਾਰ ਅਤੇ ਮੋਟਰਸਾਈਕਲ ਵੀ ਹੈ। ਧਮਾਕੇ ਦੀ ਥਾਂ ਨੂੰ ਵੇਖਣ ਤੋਂ ਲੱਗਦਾ ਨਹੀਂ ਕਿ ਇਹ ਕੋਈ ਆਤਮਘਾਤੀ ਹਮਲਾ ਹੋਵੇਗਾ। ਪੁਲਿਸ ਮੁਤਾਬਿਕ ਹਾਲੇ ਇਹ ਵੀ ਸਾਫ਼ ਨਹੀਂ ਹੋ ਸਕਿਆ ਕਿ ਵਿਸਫੋਟਕ ਉੱਥੇ ਕਾਰ ਦੇ ਵਿੱਚ ਲਿਆਂਦਾ ਗਿਆ ਜਾਂ ਫਿਰ ਮੋਟਰਸਾਈਕਲ ਤੇ। ਇਸ ਤੋਂ ਪਹਿਲਾਂ ਲਾਹੌਰ ਦੇ DC ਮੁਦਾਸਿਰ ਰਿਆਜ਼ ਨੇ ਵੀ ਕਿਹਾ ਸੀ ਕਿ ਧਮਾਕੇ ਦੇ ਵਿੱਚ 12 ਜਣੇ ਜ਼ਖਮੀ ਹੋਏ ਨੇ। ਜ਼ਖਮੀਆਂ ਦੇ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਨੇ, ਪੁਲਿਸ ਵਾਲੇ ਵੀ ਸ਼ਾਮਿਲ ਨੇ। ਪੁਲਿਸ ਨੇ ਕਿਹਾ ਕਿ ਜੇ ਹਾਫਿਜ਼ ਸਈਦ ਦੇ ਘਰ ਦੇ ਬਾਹਰ ਪੁਲਿਸ ਦੀ ਟੁਕੜੀ ਤਾਇਨਾਤ ਨਾ ਹੁੰਦੀ ਤਾਂ ਹੋ ਸਕਦਾ ਵੱਡਾ ਨੁਕਸਾਨ ਹੋ ਜਾਂਦਾ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਦੇ IG ਇਨਾਮ ਗਨੀ ਨੇ ਦੱਸਿਆ ਕਿ ਹਾਫਿਜ਼ ਸਈਦ ਦੇ ਘਰ ਦੇ ਬਾਹਰ ਸੁਰੱਖਿਆ ਹੋਣ ਦੀ ਵਜ੍ਹਾ ਨਾਲ ਹਮਲਾਵਰ ਘਰ ਤੱਕ ਨਹੀਂ ਪਹੁੰਚ ਸਕੇ। ਉਹਨਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਹਮਲਾਵਰਾਂ ਦਾ ਨਿਸ਼ਾਨਾ ਹਾਫਿਜ਼ ਸਈਦ ਦੇ ਘਰ ਦੇ ਨੇੜੇ ਬਣੀ ਪੋਸਟ ਤੇ ਤਾਇਨਾਤ ਪੁਲਿਸ ਕਰਮੀ ਸਨ। ਇਸ ਤੋਂ ਪਹਿਲਾਂ ਲਾਹੌਰ ਦੇ ਕਮਿਸ਼ਨਰ ਕੈਪਟਨ ਰਿਟਾਇਰਡ ਉਸਮਾਨ ਯੂਨਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 14 ਲੋਕ ਜ਼ਖਮੀ ਹੋਏ ਨੇ, 2 ਦੀ ਮੌਤ ਹੋਈ ਹੈ। ਜ਼ਖਮੀਆਂ ਦੇ ਵਿੱਚ ਇੱਕ ਪੁਲਿਸ ਕਰਮੀ ਸਮੇਤ 4 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੈਨੇਡਾ ਤੋਂ ਖਬਰ ਹੈ, ਜਿੱਥੇ ਟੋਰਾਂਟੋ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵੱਡੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਵਿੱਚ 9 ਪੰਜਾਬੀ ਮੂਲ ਦੇ ਵਿਅਕਤੀ ਨੇ। ਪੁਲਿਸ ਨੇ ਵਿਸ਼ੇਸ਼ ਆਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਦੇ ਰਾਹੀਂ ਮੈਕਸੀਕੋ ਜ਼ਰੀਏ ਕੈਲੀਫੋਰਨੀਆ ਤੋਂ ਕੈਨੇਡਾ ਲਿਜਾਏ ਜਾ ਰਹੇ 1000 ਕਿਲੋ ਤੋਂ ਵੱਧ ਕੋਕੀਨ, ਕ੍ਰਿਸਟਲ ਮੈਥ ਅਤੇ ਚਰਸ ਵਰਗੇ ਜਿਹੜੇ ਪਦਾਰਥ ਨੇ ਨਸ਼ੀਲੇ ਉਹ ਜ਼ਬਤ ਕੀਤੇ ਨੇ। ਟੋਰਾਂਟੋ ਪੁਲਿਸ ਦੇ ਮੁਤਾਬਿਕ ਬਰਾਮਦਗੀ ਦੇ ਵਿੱਚ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਚਰਸ, 300 ਆਕਸੀਕੋਡਨ ਗੋਲੀਆਂ, $9,66,020 ਕੈਨੇਡੀਅਨ ਕਰੰਸੀ, 21 ਵਾਹਨ, 5 ਟਰੈਕਟਰ ਟ੍ਰੇਲਰ ਤੇ 1 ਹਥਿਆਰ ਸ਼ਾਮਲ ਇੱਕ ਵੱਡੀ ਖੇਪ ਫੜੀ ਹੈ 20 ਜਣਿਆਂ ਦੇ ਨਾਲ। ਟੋਰਾਂਟੋ ਪੁਲਿਸ ਨੇ ਕਿਹਾ ਕਿ ਜ਼ਬਤ ਕੀਤੇ ਨਸ਼ੇ ਦੀ ਕੀਮਤ $6 ਕਰੋੜ ਤੋਂ ਵੀ ਵੱਧ ਹੈ। ਤੁਸੀਂ ਸੋਚ ਸਕਦੇ ਹੋ ਕਿੰਨੀ ਵੱਡੀ ਰਾਸ਼ੀ ਹੈ। ਤੇ ਪੁਲਿਸ ਨੇ ਦੱਸਿਆ ਹੈ, ਟੋਰਾਂਟੋ ਦੀ ਪੁਲਿਸ ਨੇ, ਕਿ ਸਾਡੇ ਇਤਿਹਾਸ ਦੇ ਵਿੱਚ ਨਸ਼ੇ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਮੁਲਜ਼ਮਾਂ ਦੇ ਵਿੱਚ 9 ਪੰਜਾਬੀ ਮੂਲ ਦੇ ਵਿਅਕਤੀਆਂ ਵਿੱਚੋਂ ਬਰੈਂਪਟਨ ਦਾ 37 ਸਾਲ ਦਾ ਗੁਰਬਖਸ਼ ਸਿੰਘ ਗਰੇਵਾਲ, ਕੈਲੇਡਨ ਦਾ 25 ਸਾਲ ਦਾ ਨੌਜਵਾਨ ਅਮਰਬੀਰ ਸਿੰਘ ਸਰਕਾਰੀਆ, ਕੈਲੇਡਨ ਦਾ 46 ਸਾਲ ਦਾ ਹਰਬਲਜੀਤ ਸਿੰਘ ਤੂਰ, ਕੈਲੇਡਨ ਦੀ ਹਰਵਿੰਦਰ ਭੁੱਲਰ, ਇਹ ਫੀਮੇਲ ਹੈ, 43 ਸਾਲ, ਕਿਚਨਰ ਦਾ ਸਾਰਜੈਂਟ ਸਿੰਘ ਧਾਲੀਵਾਲ, 37 ਸਾਲ, 26 ਸਾਲ ਦਾ ਮੁੰਡਾ ਗੁਰਵੀਰ ਧਾਲੀਵਾਲ, 26 ਸਾਲ ਦਾ ਇੱਕ ਹੋਰ ਮੁੰਡਾ ਗੁਰਮਨਪ੍ਰੀਤ ਗਰੇਵਾਲ ਅਤੇ 37 ਸਾਲ ਦਾ ਬਰੈਂਪਟਨ ਦਾ ਸੁਖਵੰਤ ਬਰਾੜ ਤੇ ਪਰਮਿੰਦਰ ਗਿੱਲ ਸ਼ਾਮਿਲ ਨੇ। ਇਹ ਜਿਹੜੀ ਉੱਥੋਂ ਦੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਰਹੇ ਹਾਂ। ਮੁਲਜ਼ਮਾਂ ਦੇ ਵਿੱਚੋਂ 2 ਜਾਣੇ ਫਰਾਰ ਦੱਸੇ ਜਾ ਰਹੇ ਨੇ। ਪੁਲਿਸ ਦੇ ਮੁਤਾਬਿਕ ਨਸ਼ਾ ਇੰਨੀ ਬਾਖੂਬੀ ਦੇ ਨਾਲ ਜਿਹੜਾ ਵਾਹਨਾਂ ਦੇ ਵਿੱਚ ਲੁਕੋਇਆ ਗਿਆ ਸੀ ਕਿ ਐਕਸ-ਰੇ ਮਸ਼ੀਨਾਂ ਵੀ ਇਸ ਨਸ਼ੇ ਨੂੰ ਫੜ ਨਹੀਂ ਸਕੀਆਂ। ਇਸ ਜ਼ਖੀਰੇ ਨੂੰ ਕਾਬੂ ਕਰਨ ਦੇ ਲਈ ਪੁਲਿਸ ਕਈ ਸੂਬਿਆਂ ਦੇ ਵਿੱਚ ਕੰਮ ਕਰ
ਰਹੀ ਸੀ। ਰੂਸ ਨੇ ਬਰਤਾਨੀਆ ਦੇ ਜੰਗੀ ਬੇੜੇ ਉੱਤੇ ਚੇਤਾਵਨੀ ਦਾਗੀ ਹੈ। ਚੇਤਾਵਨੀ ਦੇ ਗੋਲੇ ਦਾਗੇ ਨੇ। ਰੂਸ ਨੇ ਕਿਹਾ ਕਿ ਯੂਕੇ ਦੀ ਰਾਇਲ ਨੇਵੀ ਦੇ ਜੰਗੀ ਬੇੜੇ ਦੇ ਰੂਸੀ ਸਮੁੰਦਰੀ ਇਲਾਕੇ ਵਿੱਚ ਦਾਖਲ ਹੋਣ ਕਾਰਨ ਇਸ ਦੇ ਰਾਹ ਦੇ ਵਿੱਚ ਚੇਤਾਵਨੀ ਦੇ ਲਈ ਗੋਲੇ ਦਾਗੇ ਗਏ ਨੇ ਤੇ ਬੰਬ ਸੁੱਟੇ ਗਏ ਨੇ। ਇੰਟਰਫੈਕਸ ਨਿਊਜ਼ ਏਜੰਸੀ ਨੇ ਰੱਖਿਆ ਮੰਤਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ HMS ਡਿਫੈਂਡਰ ਕ੍ਰਾਈਮੀਆ ਨੇੜੇ ਰੂਸੀ ਸਮੁੰਦਰੀ ਇਲਾਕੇ ਦੇ ਵਿੱਚ ਦਾਖਲ ਹੋ ਗਿਆ ਸੀ। ਯੂਕੇ ਦੇ ਰੱਖਿਆ ਮੰਤਰਾਲੇ ਦਾ ਹਾਲੇ ਇਸ ਤੇ ਕੋਈ ਪ੍ਰਤੀਕਰਮ ਨਹੀਂ ਆਇਆ। ਰੂਸ ਨੇ 2014 ਦੇ ਵਿੱਚ ਕ੍ਰਾਈਮੀਆ ਦਾ ਇਲਾਕਾ ਯੂਕਰੇਨ ਤੋਂ ਖੋਲਿਆ ਸੀ, ਪਰ ਕੌਮਾਂਤਰੀ ਪੱਧਰ ਤੇ ਇਸ ਨੂੰ ਮਾਨਤਾ ਹਾਲੇ ਤੱਕ ਨਹੀਂ ਮਿਲੀ ਹੈ। ਟੋਕੀਓ ਓਲੰਪਿਕਸ ਖੇਡਾਂ ਦੇ ਦੌਰਾਨ ਸ਼ਰਾਬ ਵਰਗੇ ਪਦਾਰਥਾਂ ਦੇ ਉੱਤੇ ਪਾਬੰਦੀ ਰਹੇਗੀ। ਟੋਕੀਓ 2020 ਦੀ ਪ੍ਰਧਾਨ ਸੀਕੋ ਹਾਸ਼ੀਮੋਟੋ ਨੇ ਇਸ ਦਾ ਐਲਾਨ ਅੱਜ ਕੀਤਾ ਹੈ। ਕਿਹਾ ਕਿ ਖੇਡਾਂ ਦੇ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ। ਓਲੰਪਿਕਸ ਖੇਡਾਂ ਦੇ ਸ਼ੁਰੂ ਹੋਣ ਦੇ ਵਿੱਚ ਹਾਲੇ 30 ਦਿਨ ਬਾਕੀ ਨੇ। ਪ੍ਰਬੰਧਕਾਂ ਨੇ ਹਾਲਾਂਕਿ ਸਟੇਡੀਅਮਾਂ ਦੇ ਬਾਹਰ ਸ਼ਰਾਬ ਵਾਲੇ ਪਦਾਰਥਾਂ ਦੀ ਵਿਕਰੀ ਅਤੇ ਉਹਨਾਂ ਨੂੰ ਸਟੇਡੀਅਮ ਦੇ ਅੰਦਰ ਲੈ ਜਾਣ ਤੇ ਵੀ ਰੋਕ ਲਾ ਦਿੱਤੀ ਹੈ। ਜਾਪਾਨ ਦੇ ਕੁਝ ਸੀਨੀਅਰ ਸਿਹਤ ਅਧਿਕਾਰੀਆਂ ਨੇ ਇਹ ਦਲੀਲ ਦਿੱਤੀ ਸੀ ਕਿ ਸ਼ਰਾਬ ਵਾਲੇ ਪਦਾਰਥਾਂ ਦੀ ਵਿਕਰੀ ਅਤੇ ਉਸ ਦਾ ਸੇਵਨ ਕਰਨ ਦੇ ਨਾਲ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦੀਆਂ ਧੱਜੀਆਂ ਉੱਡਣਗੀਆਂ, ਇਹਨਾਂ ਦੀ ਪਾਲਣਾ ਨਹੀਂ ਹੋਏਗੀ। ਇਸ ਕਰਕੇ ਖੇਡਾਂ ਦੌਰਾਨ ਇਹਨਾਂ ਪਦਾਰਥਾਂ ਦੇ ਉੱਤੇ ਰੋਕ ਲਾਈ ਜਾਵੇ ਤੇ ਆਖਿਰਕਾਰ ਹੁਣ ਰੋਕ ਲਾ ਦਿੱਤੀ ਗਈ ਹੈ। ਸਾਊਦੀ ਅਰਬ ਨੇ ਯੋਗ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਹਿਯੋਗ ਵਧਾਉਣ ਦੇ ਲਈ ਭਾਰਤ ਦੇ ਨਾਲ ਇੱਕ MOU ਯਾਨੀ ਕਿ ਇੱਕ ਸਮਝੌਤਾ ਕੀਤਾ ਹੈ। MOU ਤੇ ਹਸਤਾਖਰ ਸਾਊਦੀ ਅਰਬ ਦੇ ਖੇਡ ਮੰਤਰਾਲੇ ਤੇ ਭਾਰਤ ਦੇ ਆਯੂਸ਼ ਮੰਤਰਾਲੇ ਨਾਲ ਜੁੜੇ ਮੁਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗ ਦੇ ਵਿਚਕਾਰ ਹੋਏ ਨੇ। ਅਰਬ ਨਿਊਜ਼ ਨੇ ਲਿਖਿਆ ਕਿ ਇਸ ਸਮਝੌਤੇ ਦੇ ਨਾਲ ਸਾਊਦੀ ਅਰਬ ਦੇ ਵਿੱਚ ਯੋਗ ਦੀ ਮਾਨਤਾ ਅਤੇ ਯੋਗ ਦੀ ਸਟੱਡੀ ਦਾ ਰਾਹ ਖੁੱਲੇਗਾ। ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਵੱਲੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਅਮਰੀਕਾ ਨੇ ਈਰਾਨ ਤੇ ਕਾਰਵਾਈ ਕੀਤੀ ਹੈ। ਅਮਰੀਕਾ ਨੇ ਦਰਜਨਾਂ ਈਰਾਨੀ ਨਿਊਜ਼ ਵੈਬਸਾਈਟਸ ਨੂੰ ਬੰਦ ਕਰ ਦਿੱਤਾ ਹੈ ਤੇ ਇਹਨਾਂ ਤੇ ਗਲਤ ਸੂਚਨਾਵਾਂ ਫੈਲਾਉਣ ਦੇ ਇਲਜ਼ਾਮ ਲਾਏ ਨੇ। ਮੰਗਲਵਾਰ ਨੂੰ ਕਈ ਸਾਈਟਸ ਨੂੰ ਆਫਲਾਈਨ ਕਰ ਦਿੱਤਾ ਗਿਆ। ਇਹਨਾਂ ਨੂੰ ਨੋਟਿਸ ਭੇਜ ਕੇ ਕਹਿ ਦਿੱਤਾ ਗਿਆ ਕਿ ਅਮਰੀਕਾ ਦੀ FBI ਅਤੇ ਵਣਜ ਵਿਭਾਗ ਦੀ ਕਾਰਵਾਈ ਹੈ। ਜਿਹੜੀਆਂ ਵੈਬਸਾਈਟਸ ਨੂੰ ਬੰਦ ਕੀਤਾ ਗਿਆ ਉਹਨਾਂ ਵਿੱਚ ਈਰਾਨ ਦੀ ਸਰਕਾਰੀ ਪ੍ਰੈਸ TV ਅਤੇ ਈਰਾਨੀ ਸਮਰਥਿਤ ਹੂਤੀ ਅੰਦੋਲਨ ਵੱਲੋਂ ਸੰਚਾਲਿਤ ਅਲ ਮਸਰਾ TV ਵੀ ਸ਼ਾਮਲ ਹੈ। ਅਮਰੀਕਾ ਨੇ ਇਹ ਕਦਮ ਉਦੋਂ ਚੁੱਕਿਆ ਜਦੋਂ ਈਰਾਨ ਦੇ ਨਾਲ ਪਰਮਾਣੂ ਸਮਝੌਤੇ ਨੂੰ ਲੈ ਕੇ ਤਣਾਅ ਵੱਧਦਾ ਜਾ ਰਿਹਾ ਹੈ। ਸੋ ਇਬਰਾਹਿਮ ਰਈਸੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਅਮਰੀਕਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ, ਜਿਸ ਨੂੰ ਜਿਹੜਾ ਮੀਡੀਆ ਦੇ ਉੱਤੇ ਇੱਕ ਹਮਲਾ ਦੱਸਿਆ ਜਾ ਰਿਹਾ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।